ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। ਦੇ ਪ੍ਰਤੱਖ ਸਰੂਪ ਸਾਹਿਬ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਕਾਲ ਪੁਰਖ ਮਾਲਕ ਪਾਤਸ਼ਾਹ ਪਿਤਾ ਪਰਮੇਸ਼ਰ ਦੀ ਪਾਵਨ ਗੋਦ ਅੰਦਰ ਚੋਜੀ ਪ੍ਰੀਤਮ ਬਾਜਾਂ ਵਾਲੇ ਸ਼ਹਿਨਸ਼ਾਹ ਦਾਤਾਰ ਮਰਦ ਅਗੰਮੜੇ ਸੂਰਵੀਰ ਆਪੇ ਗੁਰਚੇਲਾ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਇਸ ਪਾਵਨ ਮਹਾਨ ਪਵਿੱਤਰ ਪ੍ਰਗਟ ਅਸਥਾਨ ਤਖਤ ਸ਼੍ਰੀ ਹਰਮੰਦਰ ਜੀ ਸ਼੍ਰੀ ਪਟਨਾ ਸਾਹਿਬ ਦੀ ਪਾਵਨ ਇਲਾਹੀ ਸਰਜ਼ਮੀਂ ਤੇ ਗੁਰੂ ਦੇ ਤਰਸ ਦੇ ਸਦਕਾ ਮਾਲਕ ਦੀ ਨਜ਼ਰ ਅਨਾਇਤ ਦੇ ਸਦਕਾ ਸਾਹਿਬ ਦੀ ਪਾਵਨ ਗੋਦ ਦਾ ਨਿੱਘ ਲੈ ਰਹੇ ਗੁਰੂ ਸਵਾਰੇ ਖਾਲਸਾ ਜੀਓ। ਆਓ ਸਾਹਿਬ ਜੀ ਨੇ ਇਹ ਸਮੇਂ ਇਹ ਆਪਣੀਆਂ ਰਹਿਮਤਾਂ ਇਹਨਾਂ ਮਨੁੱਖੀ ਜਾਮਿਆਂ ਦੇ ਅੰਦਰ ਸਾਨੂੰ ਬਖਸ਼ਿਸ਼ ਕੀਤੀਆਂ ਨੇ। ਕਲੀ ਕਾਲ ਦੇ ਇਸ ਭਿਆਨਕ ਸਮੇਂ ਦੇ ਅੰਦਰ ਵੀ ਹਜੂਰ ਨੇ ਇਹ ਸਤ ਸੰਗਤ ਦੀ ਸੁਲੱਖਣੀ ਘੜੀ ਜਿਹੜੀ ਸਾਨੂੰ ਸਭਨਾਂ ਨੂੰ ਬਖਸ਼ੀ ਹੈ ਤੇ ਨਾਲ ਹੀ ਮੇਰੇ ਸਾਹਿਬ ਦਾ ਏਡਾ ਵੱਡਾ ਤਰਸ ਹੋਇਆ ਹੈ ਕਿ ਆਪਣੇ ਸਰਗੁਣ ਸਰੂਪ ਦੇ ਅੰਦਰ ਪਾਤਸ਼ਾਹ ਨੇ ਜੋ ਕੌਤਕ ਕੀਤੇ ਨੇ, ਜੋ ਖੇਡਾਂ ਰਚੀਆਂ ਨੇ, ਉਹ ਆਪਣੀ ਪਾਵਨ ਗੋਦ ਦੇ ਅੰਦਰ ਬਿਠਾ ਕਰਕੇ ਆਪਣੀ ਪਾਵਨ ਹਜ਼ੂਰੀ ਦਾ ਨਿੱਘ ਦਿੰਦਿਆਂ ਆਪਣੇ ਸਰਗੁਣ ਸਰੂਪ ਦੇ ਪਾਵਨ ਕੌਤਕ ਜਿਹੜੇ ਹਨ ਉਹ ਸਰਵਣ ਕਰਨ ਕਥਨ ਕਰਨ ਦਾ ਸੁਭਾਗ ਬਖਸ਼ਿਆ ਹੈ। ਮੀਰੀਆਂ ਪੀਰੀਆਂ ਦੇ ਦਾਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪਾਵਨ ਜੀਵਨ ਜੋ ਲੜੀਵਾਰ ਰੂਪ ਤਹਿਤ ਆਪਾਂ ਸਰਵਣ ਕਰਦੇ ਹਾਂ। ਹਜੂਰ ਪਾਤਸ਼ਾਹ ਜੀ ਬੇਅੰਤ ਸੰਗਤਾਂ ਨੂੰ ਨਿਵਾਜਦਿਆਂ ਹੋਇਆ ਸ਼੍ਰੀ ਕੀਰਤਪੁਰ ਸਾਹਿਬ ਦੀ ਪਾਵਨ ਧਰਤੀ ਤੇ ਸੁਭਾਏਮਾਨ ਹਨ। ਹਜੂਰ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਸਾਹਿਬ ਜੀ ਨੇ ਸਰੀਰ ਜਿਹੜਾ ਉਹ ਤਿਆਗ ਦਿੱਤਾ ਹੈ। ਸੋ ਸੰਸਾਰ ਹੈ, ਸੰਸਾਰ ਦੇ ਉੱਤੇ ਹਜੂਰ ਪਾਤਸ਼ਾਹ ਦੀ ਬਾਣੀ ਕਹਿੰਦੀ ਜੋ ਉਪਜਿਓ ਸੋ ਬਿਨਸ ਹੈ ਪਰ ਉਹ ਆਜ ਕੈ ਕਾਲ। ਹਜੂਰ ਪਾਤਸ਼ਾਹ ਇਹ ਸੰਸਾਰ ਦੀ ਨਾਸ਼ਵਾਨਤਾ ਨੂੰ ਦਰਸਾਉਂਦੇ ਨੇ ਕਿ ਸ੍ਰਿਸ਼ਟੀ ਦਾ ਕੁਦਰਤ ਦਾ ਇੱਕ ਨਿਯਮ ਰਿਹਾ ਹੈ ਜਿਹਨੂੰ ਗੁਰੂ ਬਾਣੀ ਇਸ ਤਰ੍ਹਾਂ ਬਚਨ ਕਹਿੰਦੀ ਰਾਣਾ ਰਾਓ ਨਾ ਕੋ ਰਹੈ ਰੰਗ ਨਾ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਈ ਨਾ ਬੰਧੈ ਤੀਰ। ਸੋ ਸਰੀਰ ਆਉਣੇ ਜਾਣੇ ਨੇ। ਹਜੂਰ ਪਾਤਸ਼ਾਹ ਜੀ ਦੇ ਸਾਹਿਬਜ਼ਾਦਾ ਜੀ ਨੇ ਇਹ ਪਾਵਨ ਸਰੀਰ ਜਿਹੜਾ ਹੈ ਪੰਜ ਭੂਤਕ ਦੇਹੀ ਜਿਹੜੀ ਇਹਦਾ ਤਿਆਗ ਕੀਤਾ ਹੈ। ਸੋ ਉਸ ਤੋਂ ਉਪਰੰਤ ਜੋ ਸੰਸਾਰ ਦੇ ਅੰਦਰ ਸੰਸਾਰ ਨੇ ਇੱਕ ਦਸਤਾਰਬੰਦੀ ਦੀ ਮਰਿਆਦਾ ਜਿਹੜੀ ਹੈ ਕਿ ਪਿਤਾ ਦੇ ਤੁਰ ਜਾਣ ਤੋਂ ਬਾਅਦ ਪੁੱਤਰ ਜਿਹੜਾ ਹੈ ਉਸ ਘਰ ਦੀ ਸਾਰੀ ਜ਼ਿੰਮੇਵਾਰੀ ਜਿਹੜੀ ਉਹ ਸੰਭਾਲਦਾ ਹੈ। ਹਜੂਰ ਪਾਤਸ਼ਾਹ ਜੀ ਦੇ ਸਮਕਸ਼ ਇਹ ਵਿਚਾਰਾਂ ਰੱਖੀਆਂ ਗਈਆਂ ਨੇ ਕਿ ਮਹਾਰਾਜ ਸਾਹਿਬ ਜੀ ਦੇਖੋ ਧੀਰਮੱਲ ਜੀ ਨੂੰ ਸੁਨੇਹਾ ਵੀ ਗਿਆ ਹੈ, ਉਹਨਾਂ ਨੂੰ ਖਬਰ ਵੀ ਹੈ, ਉਹਨਾਂ ਨੂੰ ਸਾਰੀ ਘਟਨਾ ਦਾ ਪਤਾ ਵੀ ਹੈ, ਪਰ ਮਹਾਰਾਜ ਜੀ ਉਹ ਆਏ ਨਹੀਂ। ਸੰਸਾਰ ਦੀ ਜੇ ਭਾਈਚਾਰੇ ਦੀ ਇੱਕ ਗੱਲ ਕਰਾਂਗੇ ਤਾਂ ਮਹਾਰਾਜ ਸੰਸਾਰ ਇਹ ਦੇਖ ਕੇ ਕਹੇਗਾ ਕਿ ਇਹ ਜਿਹੜੀ ਦਸਤਾਰ ਹੈ ਇਹ ਧੀਰਮੱਲ ਦੇ ਸਿਰ ਤੇ ਹੋਣੀ ਚਾਹੀਦੀ ਹੈ, ਪਰ ਮਹਾਰਾਜ ਜੇ ਉਹ ਇਸ ਸਮੇਂ ਦੇ ਵਿੱਚ ਸ਼ਾਮਿਲ ਹੀ ਨਹੀਂ ਜਾਂ ਇੰਜ ਕਹਿ ਲਓ ਖਬਰ ਹੋਣ ਦੇ ਬਾਵਜੂਦ ਵੀ ਉਹਨੇ ਆਉਣਾ ਜਿਹੜਾ ਜ਼ਰੂਰੀ ਨਾ ਸਮਝਿਆ ਤਾਂ ਮਹਾਰਾਜ ਸਾਡਾ ਮਨ ਨਹੀਂ ਕਰਦਾ ਕਿ ਦਸਤਾਰ ਜਿਹੜੀ ਉਹਦੇ ਤੱਕ ਭੇਜੀ ਵੀ ਜਾਵੇ, ਕਿਉਂਕਿ ਕਈਆਂ ਦਾ ਮਤ ਸੀ ਕਿ ਦਸਤਾਰ ਜਿਹੜੀ ਉੱਥੇ ਭੇਜ ਦਿੱਤੀ ਜਾਵੇ। ਸੋ ਹਜੂਰ ਪਾਤਸ਼ਾਹ ਜੀ ਜਿਵੇਂ ਬਾਕੀ ਆਪ ਜੀ ਦਾ ਹੁਕਮ ਹੋਵੇ, ਆਪ ਜੀ ਦੀ ਮਰਜ਼ੀ ਹੋਵੇ, ਕਿਉਂਕਿ ਦੂਸਰੇ ਪਾਸੇ ਆਉਣ ਵਾਲੇ ਸਮੇਂ ਅੰਦਰ ਗੁਰੂ ਜੋਤ ਦੇ ਮਾਲਕ ਜੇ ਸਰੀਰ ਨੇ ਬਣਨਾ ਹੈ, ਭਾਵੇਂ ਇਹ ਖੇਡ ਕੇਵਲ ਗੁਰੂ ਨੂੰ ਪਤਾ ਹੈ, ਪਰ ਫਿਰ ਵੀ ਭਾਵਨਾ ਵਾਲੇ ਜਿਹੜੇ ਉਹ ਜਾਣਦੇ ਨੇ। ਭਾਵ ਗੁਰੂ ਹਰਿਰਾਏ ਸਾਹਿਬ ਜੀ ਜੋ ਸਰੀਰਕ ਤੌਰ ਤੇ ਛੋਟੀ ਆਰਬਲਾ ਦੇ ਵਿੱਚ ਹਨ। ਸਿੱਖਾਂ ਦਾ ਇਹ ਵੀ ਕਥਨ ਹੈ ਕਿ ਮਹਾਰਾਜ ਜੀ ਇਹ ਦਸਤਾਰ ਜਿਹੜੀ ਹੈ ਉਹਨਾਂ ਨੂੰ ਦਿੱਤੀ ਜਾਵੇ। ਸੋ ਜਿਵੇਂ ਆਪ ਜੀ ਹੁਕਮ ਕਰੋਗੇ। ਤਾਂ ਹਜੂਰ ਪਾਤਸ਼ਾਹ ਜੀ ਨੇ ਸਾਰੇ ਸਿੱਖਾਂ ਦੇ ਨਾਲ ਇਹ ਸਾਰੀ ਸਲਾਹ ਜਿਹੜੀ ਹੈ ਬੜੇ ਸੋਹਣੇ ਤਰੀਕੇ ਦੇ ਨਾਲ ਕੀਤੀ ਹੈ। ਦੇਖੋ ਗੁਰੂ ਜੀਵਨ ਕਾਲ ਦੇ ਸਮੇਂ ਨੂੰ ਜਦੋਂ ਅਸੀਂ ਦੇਖਦੇ ਹਾਂ ਨਾ, ਭਾਵੇਂ ਕੋਈ ਗੁਰਮਤਾ ਕਰਨਾ ਹੋਵੇ, ਭਾਵੇਂ ਕੋਈ ਪਰਿਵਾਰ ਦੇ ਵਿੱਚ ਕੋਈ ਕਾਰਜ ਜਿਹੜਾ ਹੈ ਕਿਤੇ ਆਪਣੇ ਸਾਹਿਬਜ਼ਾਦਿਆਂ ਦੇ ਵਿਆਹ ਦਾ ਕਾਰਜ ਹੋਵੇ ਜਾਂ ਆਪਣੇ ਬੱਚਿਆਂ ਦੇ ਕੋਈ ਕਾਰਜ ਹੋਣ, ਹਜੂਰ ਪਾਤਸ਼ਾਹ ਜੀ ਨੇ ਪਰਿਵਾਰ ਦੀ ਸਲਾਹ ਵੀ ਲਈ ਤੇ ਸਿੱਖਾਂ ਦੀ ਸਲਾਹ ਵੀ ਲਈ। ਇਹ ਜਦੋਂ ਵੀ ਇਤਿਹਾਸ ਨੂੰ ਆਪਾਂ ਪੜ੍ਹਾਂਗੇ ਇਹ ਤੇ ਅੱਜ ਸਾਡੇ ਤੇ ਐਸਾ ਸਮਾਂ ਕੋਈ ਬਣ ਗਿਆ ਹੈ ਕਿ ਅਸੀਂ ਕੁਝ ਵੀ ਕਰਨਾ ਹੋਵੇ ਤੇ ਆਪਾਂ ਕਹਿੰਦੇ ਨਹੀਂ ਸਾਨੂੰ ਕਿਸੇ ਦੀ ਸਲਾਹ ਦੀ ਲੋੜ ਨਹੀਂ ਹੈਗੀ, ਪਰ ਨਹੀਂ, ਘਰ ਦੇ ਅੰਦਰ ਵੀ ਭਾਵੇਂ ਆਪਾਂ ਘਰ ਦੇ ਵੱਡੇ ਹੋਈਏ, ਬਜ਼ੁਰਗ ਹੋਈਏ, ਕੁਛ ਵੀ ਕਰਨਾ ਹੋਵੇ
ਤਾਂ ਸਾਡਾ ਇੱਕ ਫਰਜ਼ ਬਣਦਾ ਹੁੰਦਾ ਪਰਿਵਾਰ ਦੀ ਸਲਾਹ ਲੈ ਕੇ ਤੁਰਿਆ ਕਰੀਏ। ਇਸੇ ਤਰ੍ਹਾਂ ਪੰਥ ਦੇ ਅੰਦਰ ਵੀ ਜੋ ਦਾਨੇ ਸਿਆਣੇ ਹਨ ਉਹ ਹਮੇਸ਼ਾ ਪੰਥ ਦੇ ਨਾਲ, ਪੰਥ ਦੀ ਸਲਾਹ ਦੇ ਨਾਲ ਤੁਰਦੇ ਹਨ। ਸੋ ਗੁਰੂ ਸਾਹਿਬ ਜੀ ਜਦੋਂ ਵੀ ਕੋਈ ਕਾਰਜ ਕਰਦੇ, ਸਿੱਖਾਂ ਨੇ ਆ ਕੇ ਗੁਰਮਤਾ ਕਰਨਾ ਕਿ ਮਹਾਰਾਜ ਆਹ ਕਾਰਜ ਹੈ, ਸਾਰਿਆਂ ਦੀ ਸਲਾਹ ਹੈ, ਅੱਗੇ ਮਹਾਰਾਜ ਜਿਵੇਂ ਤੁਹਾਡਾ ਹੁਕਮ ਹੋਏਗਾ। ਤਾਂ ਹਜ਼ੂਰ ਪਾਤਸ਼ਾਹ ਜੀ ਨੇ ਫਿਰ ਹੁਕਮ ਜਿਵੇਂ ਸੁਣਾ ਦਿੱਤਾ ਹੈ, ਸੋ ਸਾਰੀ ਤਿਆਰੀ ਹੋ ਗਈ ਹੈ। ਇੱਧਰੋਂ ਬੇਦੀ, ਤੇਹਨ, ਭੱਲੇ ਸਾਰੇ ਪਰਿਵਾਰ ਜਿਹੜੇ ਹਨ ਉਹਨਾਂ ਦੇ ਵਿੱਚੋਂ ਵੀ ਸ਼ਾਮਿਲ ਹੋਏ ਨੇ, ਗੁਰੂ ਪਰਿਵਾਰਾਂ ਵਿੱਚੋਂ ਹੋਰ ਵੀ ਬੇਅੰਤ ਸੰਗਤਾਂ ਜਿਹੜੀਆਂ ਨੇ ਉਹ ਸ਼ਾਮਿਲ ਹੋਈਆਂ ਨੇ। ਤੇ ਹਜ਼ੂਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਸੋਹਣੇ ਤਖਤ 'ਤੇ ਸੁਭਾਏਮਾਨ ਹਨ। ਤੇ ਦਸਤਾਰ ਦੀ ਰਸਮ ਜਿਹੜੀ ਹੈ ਗੁਰੂ ਹਰ ਰਾਏ ਪਾਤਸ਼ਾਹ ਜੀ ਨੂੰ, ਇਹ ਗੁਰਤਾ ਗੱਦੀ ਦੀ ਰਸਮ ਨਹੀਂ ਹੈ, ਇਹ ਬਾਬਾ ਗੁਰਦਿੱਤਾ ਜੀ ਨੇ ਜਿਹੜਾ ਸਰੀਰ ਤਿਆਗਿਆ ਉਹਨਾਂ ਦੀ ਦਸਤਾਰਬੰਦੀ ਹੈ। ਤਾਂ ਗੁਰੂ ਹਰ ਰਾਏ ਪਾਤਸ਼ਾਹ ਜੀ ਨੂੰ ਇਹ ਸੋਹਣੀ ਦਸਤਾਰ ਜਿਹੜੀ ਸਜਾਈ ਗਈ, ਜੋ ਹੋਰ ਵੀ ਮਸੰਦਾਂ ਵੱਲੋਂ ਵੀ ਦਸਤਾਰਾਂ ਭੇਟ ਕੀਤੀਆਂ ਗਈਆਂ, ਰਾਏ ਜੋਧ ਵੱਲੋਂ ਵੀ ਦਸਤਾਰ ਭੇਟਾ ਕੀਤੀ ਗਈ, ਭਾਈ ਰੂਪਾ ਜੀ ਵੱਲੋਂ ਵੀ ਦਸਤਾਰ ਭੇਟਾ ਕੀਤੀ ਗਈ, ਹੋਰ ਵੀ ਬੇਅੰਤ ਸਿੱਖ ਜਿਹੜੇ ਆਏ ਸਨ ਉਹਨਾਂ ਸਾਰਿਆਂ ਨੇ ਆਪੋ ਆਪਣੀ ਭਾਵਨਾ ਨਾਲ ਹਜ਼ੂਰ ਪਾਤਸ਼ਾਹ ਜੀ ਦੇ ਕੋਲ ਦਸਤਾਰਾਂ ਜਿਹੜੀਆਂ ਉਹ ਭੇਟਾ ਕੀਤੀਆਂ ਨੇ। ਸੋ ਇਸ ਤਰ੍ਹਾਂ ਸਾਰੀਆਂ ਸੰਗਤਾਂ ਜਿਹੜੀਆਂ ਹਨ ਸੱਜ ਬੈਠੀਆਂ, ਜੁੜ ਬੈਠੀਆਂ। ਫਿਰ ਦੂਰ ਤੋਂ ਜਿਹੜੀ ਸੰਗਤ ਜਿਹੜੀ ਸੀ, ਜਿਹੜੀ ਇਸ ਸਮੇਂ ਨਾ ਪਹੁੰਚ ਸਕੀ, ਉਹ ਇੱਕ ਅੱਧਾ ਦਿਨ ਜਿਹੜੇ ਅੱਗੇ ਪਿੱਛੇ ਆਏ ਨੇ ਉਹ ਵੀ ਪਹੁੰਚਦੇ ਨੇ ਤੇ ਗੁਰੂ ਪੁੱਤਰ ਬਾਬਾ ਗੁਰਦਿੱਤਾ ਸਾਹਿਬ ਜੀ ਦੇ ਸਰੀਰ ਤਿਆਗਣ ਉਪਰੰਤ ਉਹਨਾਂ ਦੇ ਜਿਹੜੇ ਗੁਣ ਹਨ ਉਹਨਾਂ ਨੂੰ ਗੁਰੂ ਕੀ ਹਜ਼ੂਰੀ ਵਿੱਚ ਬਹਿ ਕੇ ਵਰਣਨ ਕਰਦੇ ਨੇ। ਤੇ ਕੱਲ੍ਹ ਦੇ ਪ੍ਰਸੰਗ ਦੀ ਜਦੋਂ ਸੰਪੂਰਨਤਾ ਹੋਈ, ਦੇਤ ਅਸੀਸਾਂ ਸ਼੍ਰੀ ਹਰਿ ਰਾਏ, ਧੀਰ ਮੱਲ ਕੀ ਨਿੰਦ ਅਲਾਏ, ਕਿ ਜੋ ਸੰਗਤਾਂ ਆਉਂਦੀਆਂ ਨੇ ਉਹ ਸ਼੍ਰੀ ਹਰਿ ਰਾਏ ਪਾਤਸ਼ਾਹ ਜੀ ਨੂੰ ਅਸੀਸਾਂ ਬਖਸ਼ਦੀਆਂ ਨੇ ਕਿ ਸ਼ੁਭ ਗੁਣਾਂ ਦੇ ਮਾਲਕ ਹਨ, ਇਹਨਾਂ ਨੇ ਬਹੁਤ ਸੰਸਾਰ ਦਾ ਭਲਾ ਕਰਨਾ ਹੈ, ਇਹਨਾਂ ਅੰਦਰ ਸਾਰੇ ਸ੍ਰੇਸ਼ਟ ਗੁਣ ਹਨ, ਇਹ ਵਾਕਈ ਹੀ ਦਸਤਾਰ ਦੇ ਲਾਇਕ ਸਨ। ਸੋ ਇਹ ਸਾਰੀਆਂ ਬਾਤਾਂ ਚੱਲਦੀਆਂ ਨੇ। ਪਰ ਅਖੀਰਲੀ ਪੰਕਤੀ ਸੀ ਧੀਰ ਮੱਲ ਕੀ ਨਿੰਦ ਅਲਾਏ, ਇਹ ਧੀਰ ਮੱਲ ਦੀ ਨਿੰਦਾ। ਪਰ ਇੱਥੇ ਥੋੜ੍ਹਾ ਜਿਹਾ ਇਹ ਸ਼ਬਦ ਆਪਾਂ ਸਮਝ ਲਈਏ, ਕਿਉਂਕਿ ਕਈ ਵਾਰ ਜਿਹੜੇ ਨਿੰਦਾ ਕਰਨ ਵਾਲੇ ਹੁੰਦੇ ਨੇ ਉਹਨਾਂ ਨੂੰ ਬਹਾਨਾ ਮਿਲ ਜਾਂਦਾ ਹੈ ਵੀ ਇੱਥੇ ਤਾਂ ਫਿਰ ਗੁਰੂ ਸਾਹਿਬ ਦੀ ਹਜ਼ੂਰੀ ਅੰਦਰ ਧੀਰ ਮੱਲ ਦੀ ਨਿੰਦਾ ਹੁੰਦੀ ਸੀ, ਤੇ ਜੇ ਅਸੀਂ ਨਿੰਦਾ ਕਰ ਲੈਂਦੇ ਤਾਂ ਫਿਰ ਕੀ ਫਰਕ ਪੈਂਦਾ? ਕਿਉਂਕਿ ਜੇ ਸਿੱਖ ਮਹਾਰਾਜ ਦੇ ਸਾਹਮਣੇ ਬਹਿ ਕੇ ਹੀ ਧੀਰ ਮੱਲ ਦੀ ਨਿੰਦਾ ਕਰੀ ਗਏ, ਮਹਾਰਾਜ ਨੇ ਕੁਛ ਕਿਹਾ ਨਹੀਂ, ਤੇ ਫਿਰ ਸਾਨੂੰ ਕਿਉਂ ਨਿੰਦਾ ਤੋਂ ਡਰਾਉਂਦੇ ਹੋ? ਇਹ ਨਿੰਦਾ ਜਿਹੜੀ ਆਪਾਂ ਸੰਸਾਰ ਦੇ ਵਿੱਚ ਕਰਦੇ ਆ ਨਾ, ਕਿ ਦਿਨ ਨੂੰ ਰਾਤ ਕਹਿਣਾ, ਰਾਤ ਨੂੰ ਦਿਨ ਕਹਿਣਾ, ਇਹ ਨਿੰਦਾ ਇਹ ਨਹੀਂ ਹੈ। ਇਹ ਹੈ ਕਿ ਮਹਾਰਾਜ ਜੋ ਉਹਦੇ ਫਰਜ਼ ਬਣਦੇ ਸੀਗੇ ਉਹ ਆਪਣੇ ਫਰਜ਼ਾਂ ਤੋਂ ਮੁੱਕਰ ਗਿਆ ਹੈ, ਜੋ ਉਹਦੀਆਂ ਜ਼ਿੰਮੇਵਾਰੀਆਂ ਸਨ ਉਹ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਗਿਆ। ਵੈਸੇ ਨਿੰਦਾ ਜਿਹੜੀ ਹੈ, ਇੱਥੋਂ ਤੱਕ ਆਪਾਂ ਵਚਨ ਪੜ੍ਹਦੇ, ਨਿੰਦਾ ਭਲੀ ਕਿਸੇ ਕੀ ਨਾ ਹੀ ਮਨਮੁਖ ਮੁਗਧ ਕਰਨ। ਨਿੰਦਾ ਤੇ ਗੁਰੂ ਸਾਹਿਬ ਜੀ ਨੇ ਕਿਹਾ ਕਿਸੇ ਦੀ ਵੀ ਚੰਗੀ ਨਹੀਂ। ਫਿਰ ਗੁਰੂ ਕੀ ਹਜ਼ੂਰੀ 'ਚ ਬਹਿ ਕੇ ਇਹ ਨਿੰਦਾ ਨਹੀਂ ਹੋ ਰਹੀ ਕਿ ਉਹਨੂੰ ਮਾੜਾ ਕਿਹਾ ਜਾ ਰਿਹਾ ਜਾਂ ਉਹਨੂੰ ਭੰਡਿਆ ਜਾ ਰਿਹਾ ਜਾਂ ਬਿਨਾਂ ਮਤਲਬ ਤੋਂ ਕੁਛ ਦੇਖੇ ਬਿਨਾਂ ਹੀ ਜਿਵੇਂ ਆਪਾਂ ਸੰਸਾਰ ਦੇ ਪਰਦੇ ਚੁੱਕਦੇ ਹਾਂ, ਇਹ ਕੁਛ ਨਹੀਂ ਹੈ। ਭਾਵ ਉਹਨੇ ਜੋ ਕੀਤਾ ਹੈ, ਉਹ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਿਆ ਹੈ, ਤਾਂ ਉਹ ਸਾਰਾ ਜ਼ਿਕਰ ਚੱਲ ਰਿਹਾ ਹੈ। ਉਹਨੇ ਜੋ ਆਉਣਾ ਸੀ ਉਹ ਨਹੀਂ ਆਇਆ, ਉਹ ਜ਼ਿਕਰ ਚੱਲ ਰਿਹਾ। ਉਹਦੇ ਔਗਣ ਜਿਹੜੇ ਵਾਕਈ ਹੀ ਉਹਦੇ ਜੀਵਨ ਵਿੱਚ ਹਨ ਉਹਨਾਂ ਦਾ ਇੱਥੇ ਜ਼ਿਕਰ ਚੱਲ ਰਿਹਾ ਸੀ। ਤਾਂ ਇਸ ਤਰ੍ਹਾਂ ਹਜ਼ੂਰ ਪਾਤਸ਼ਾਹ ਜੀ ਦੇ ਕੋਲ ਬਹਿ ਕੇ ਸਾਰੀਆਂ ਸਿੱਖ ਸੰਗਤਾਂ ਜਿਹੜੀਆਂ ਇਹ ਵਾਰਤਾਲਾਪ ਕਰ ਰਹੀਆਂ ਹਨ। ਸੋ ਇੱਥੋਂ ਤੱਕ ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਸਿੰਘ ਸਾਹਿਬ, ਗਿਆਨੀ ਰਣਜੀਤ ਸਿੰਘ ਜੀ, ਗਹੁਰੇ ਮਸਕੀਨ ਤਿੰਨਾਂ ਪਾਸੋਂ ਸਰਵਨ ਕੀਤਾ ਹੈ। ਸੋ ਆਓ ਅਗਲੀ ਪਾਵਨ ਲੜੀ ਦੀ ਪ੍ਰਾਰੰਭਤਾ ਕਰੀਏ। ਜਿਤਨੇ ਸਰੀਰ ਜੁੜ ਬੈਠੇ ਅਰਦਾਸ ਕਰੋ, ਸਮਰੱਥ ਗੁਰੂ ਸਿਰ ਹੱਥ ਧਰਿਓ, ਸਾਨੂੰ ਕਲਯੁਗੀ ਜੀਵਾਂ ਨੂੰ ਮਨ ਬਿਰਤੀਆਂ ਸੁਰਤ ਇੰਦਰੀਆਂ ਦੀ ਇਕਾਗਰਤਾ ਦਿਓ, ਪ੍ਰੇਮ ਭਾਵਨਾ ਪ੍ਰੀਤ ਪ੍ਰਤੀਤ ਦੀ ਦਾਤ ਦਿਓ, ਕੁਝ ਕਹਿਣ ਸੁਣਨ ਦਾ ਬਲ ਬਖਸ਼ਿਸ਼ ਕਰੋ। ਆਓ ਜਿਤਨੇ ਵੀ ਸੰਸਾਰ ਭਰ ਵਿੱਚ ਬਹਿ ਕੇ ਸਰਵਨ ਕਰ ਰਹੇ ਹਾਂ, ਪਿਆਰ ਸਹਿਤ ਇੱਕ ਦਫਾ ਉਚਾਰਨ ਕਰੋ ਔਰ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਦੋਹਰਾ ਇਸ ਪ੍ਰਕਾਰ ਸ੍ਰੀ ਸਤਿਗੁਰੂ ਕੇਤਕ ਦਿਵਸ ਬਿਤਾਏ। ਸੋ ਇਸ ਤਰ੍ਹਾਂ ਹਜ਼ੂਰ ਸਤਿਗੁਰੂ ਧੰਨ ਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਕਈ ਦਿਨ ਜਿਹੜੇ ਸਨ ਇਹਨਾਂ ਖੇਡਾਂ ਦੇ ਅੰਦਰ ਸੰਗਤਾਂ ਨੂੰ ਮਿਲਦਿਆਂ, ਅਸੀਸਾਂ ਬਖਸ਼ਦਿਆਂ ਹੋਇਆਂ, ਬੇਅੰਤ ਸੰਗਤਾਂ ਨੂੰ ਨਾਮਦਾਨ ਦੀ ਦਾਤ ਬਖਸ਼ਿਸ਼ ਕਰਦਿਆਂ ਹੋਇਆਂ ਬਤੀਤ ਕੀਤੇ ਹਨ। ਸਭਾ ਲਗਾਏ ਬਿਰਾਜਹੀਂ, ਗਾਵੇ ਸ਼ਬਦ ਸੁਨਾਏ। ਤੇ ਹਜ਼ੂਰ ਪਾਤਸ਼ਾਹ ਸੋਹਣੀ ਸਭਾ ਲਗਾ ਕੇ ਸਤ ਸੰਗਤ ਵਿੱਚ ਬਿਰਾਜਮਾਨ ਹੁੰਦੇ ਨੇ
ਤੇ ਗੁਰੂ ਕੇ ਕੀਰਤਨੀਏ ਸਿੰਘ ਜਿਹੜੇ ਹਨ, ਕੀਰਤਨ ਕਰਨ ਵਾਲੇ ਸਰੀਰ, ਫਿਰ ਹੋਰ ਸੰਗਤਾਂ ਭਾਵਨਾ ਨਾਲ ਜਿਹੜੇ ਕੀਰਤਨ ਕਰਨ ਵਾਲੇ ਹੁੰਦੇ ਨੇ, ਜੋ ਜਥਿਆਂ ਵਿੱਚ ਆ ਕੇ ਕੀਰਤਨ ਕਰਦੇ ਨੇ, ਉਹ ਸਾਰੇ ਹਜੂਰ ਪਾਤਸ਼ਾਹ ਜੀ ਦੇ ਕੋਲ ਬਹਿ ਕੇ ਸੋਹਣੇ ਇਲਾਹੀ ਬਾਣੀ ਦੇ ਕੀਰਤਨ ਕਰਦੇ ਹਨ। ਚੌਪਾਏ ਕੇਤਕ ਸੰਗਤ ਲਿਏ ਮਸੰਦ। ਸੋ ਹੁਣ ਜਿਹੜੇ ਮਸੰਦ ਹਨ, ਜਿਨ੍ਹਾਂ ਦੀ ਜ਼ਿੰਮੇਵਾਰੀ ਹੀ ਇਹ ਹੈ ਕਿ ਸੰਗਤਾਂ ਨੂੰ ਦੂਰ ਤੋਂ ਬੜੇ ਧਿਆਨ ਦੇ ਨਾਲ ਸੁਰੱਖਿਅਤ ਗੁਰੂ ਤੱਕ ਲੈ ਕੇ ਆਉਣਾ, ਉਹਨਾਂ ਦਾ ਪ੍ਰਬੰਧ ਕਰਨਾ, ਫਿਰ ਉਹਨਾਂ ਨੂੰ ਵਾਪਸ ਥਾਂ ਥਾਈਂ ਉਹਨਾਂ ਦੇ ਘਰਾਂ ਤੱਕ ਪਹੁੰਚਾਉਣਾ, ਉਹਨਾਂ ਦੀਆਂ ਭੇਟਾਵਾਂ ਗੁਰੂ ਤੱਕ ਪਹੁੰਚਾਉਣੀਆਂ, ਉਹ ਸਾਰੇ ਮਸੰਦ ਹਜੂਰ ਪਾਤਸ਼ਾਹ ਕੋਲ ਸੰਗਤਾਂ ਨੂੰ ਲੈ ਕੇ ਆ ਰਹੇ ਹਨ। ਕਰ ਕਰ ਬੰਧਨ ਜੁਗ ਕਰ ਬੰਦ। ਤੇ ਜਿਹੜਾ ਵੀ ਆਉਂਦਾ ਹੈ ਨਾ, ਉਹ ਜੁਗ ਕਰ, ਜੁਗ ਦਾ ਭਾਵ ਦੋਨੇ ਹੱਥ ਜਿਹੜੇ ਹਨ ਕਰ ਬੰਦ, ਇਹਨਾਂ ਨੂੰ ਜੋੜ ਕੇ ਜਦੋਂ ਵੀ ਗੁਰੂ ਨੂੰ ਨਮਸਕਾਰ ਕੀਤੀ ਜਾਂਦੀ ਹੈ। ਸਾਰੇ ਧਰਮਾਂ ਦਾ ਅਲੱਗ-ਅਲੱਗ ਤਰੀਕਾ ਹੈ। ਤੁਸੀਂ ਦੇਖਿਆ ਇਸਲਾਮ ਵਾਲੇ ਬੁੱਕ ਫੈਲਾ ਕੇ ਇਸ ਤਰ੍ਹਾਂ ਹੱਥ ਫੈਲਾ ਕੇ ਨਮਸਕਾਰ ਕਰਦੇ ਨੇ। ਹਿੰਦੂ ਜਿਹੜੇ ਨੇ ਉਹ ਕੋਈ ਪਿੱਛੇ ਨੂੰ ਹੱਥ ਕਰਕੇ ਨਮਸਕਾਰ ਕਰਦਾ ਹੈ। ਪਰ ਗੁਰੂ ਘਰ ਅੰਦਰ ਗੁਰੂ ਨੂੰ ਨਮਸਕਾਰ ਕਰਨ ਦਾ ਤਰੀਕਾ ਕੀ ਹੈ? ਦੋਵੇਂ ਹੱਥ ਜਿਹੜੇ ਹਨ ਇਹਨਾਂ ਨੂੰ ਜੋੜ ਕੇ ਬੜੀ ਭਾਵਨਾ ਦੇ ਨਾਲ। ਸੋ ਇਸ ਤਰ੍ਹਾਂ ਮਸੰਦ ਜਿਹੜੇ ਹਨ ਦੋਵੇਂ ਹੱਥ ਜੋੜ ਕੇ ਹਜੂਰ ਪਾਤਸ਼ਾਹ ਨੂੰ ਨਮਸਕਾਰਾਂ ਕਰਦੇ ਹਨ। ਹੁਕਮ ਪਾਏ ਨਿਜ ਸਦਨ ਸਿਧਾਰੇ। ਤੇ ਹੁਣ ਜਿਹੜੇ ਆ ਰਹੇ ਨੇ, ਜਿਨ੍ਹਾਂ ਨੇ ਕੁਛ ਦਿਨ ਗੁਰੂ ਸਾਹਿਬ ਦੇ ਕੋਲ ਰਹਿ ਕੇ ਖੁਸ਼ੀਆਂ ਪ੍ਰਾਪਤ ਕਰ ਲਈਆਂ ਸਨ, ਕਿਉਂਕਿ ਦਸਤਾਰਬੰਦੀ ਤੇ ਵੀ ਆਏ ਹੋਏ ਸਨ, ਉਹ ਜਦੋਂ ਗੁਰੂ ਸਾਹਿਬ ਜੀ ਦਾ ਹੁਕਮ ਮਿਲਿਆ ਤਾਂ ਉਹ ਹੁਕਮ ਪਾ ਕਰਕੇ ਆਗਿਆ ਲੈ ਕੇ ਆਪੋ ਆਪਣੇ ਘਰਾਂ ਨੂੰ ਚੱਲ ਪਏ ਹਨ। ਕਿਉਂਕਿ ਇਤਿਹਾਸ ਸਰਵਣ ਕਰਦੇ ਹਾਂ ਤਾਂ ਕੁਛ ਨਾ ਕੁਛ ਸਿੱਖਦੇ ਰਹੀਏ। ਹੁਕਮ ਜਦੋਂ ਗੁਰੂ ਸਾਹਿਬ ਜੀ ਆਪਣੀ ਸਰੀਰਕ ਹਯਾਤੀ ਦੇ ਦਰਮਿਆਨ ਸਨ ਤਾਂ ਉਦੋਂ ਵੀ ਸੰਗਤਾਂ ਜਦੋਂ ਵੀ ਚੱਲਦੀਆਂ ਸਨ, ਗੁਰੂ ਸਾਹਿਬ ਤੋਂ ਆਗਿਆ ਲੈ ਕੇ ਨਮਸਕਾਰ ਕਰਕੇ ਅਸੀਸ ਸਿਰੋਂ ਪਾਉ ਥਾਪੜੇ ਲੈ ਕੇ ਫਿਰ ਚੱਲਦੇ ਸਨ। ਅੱਜ ਵੀ ਜਿਹੜੇ ਗੁਰਸਿੱਖ ਹਨ ਉਹਨਾਂ ਦਾ ਇਹ ਸੁਭਾਅ ਹੈ। ਮੈਂ ਤਾਂ ਬੇਨਤੀ ਕਰਨ ਲੱਗਾ, ਕਈਆਂ ਨੂੰ ਸ਼ਾਇਦ ਇਹ ਸੁਭਾਅ ਹੁੰਦਾ ਨਹੀਂ ਹੈ ਵੀ ਆਪਾਂ ਜਦੋਂ ਤੁਰਨਾ ਹੁੰਦਾ ਆਪਾਂ ਕਹਿੰਦੇ ਚਲੋ ਕੋਈ ਨਹੀਂ, ਕੱਲ ਮੱਥਾ ਟੇਕ ਤੇ ਆਏ ਸੀਗੇ। ਪਰ ਕੋਸ਼ਿਸ਼ ਕਰਿਆ ਕਰੋ, ਭਾਵੇਂ ਅੱਧੀ ਰਾਤ ਜਾਣਾ ਹੈ, ਭਾਵੇਂ ਦੁਪਹਿਰੇ ਜਾਣਾ ਹੈ, ਸਵੇਰੇ ਜਾਣਾ ਹੈ, ਤੁਰਨ ਤੋਂ ਪਹਿਲਾਂ ਗੁਰੂ ਸਾਹਿਬ ਜੀ ਨੂੰ ਇੱਕ ਵਾਰ ਨਮਸਕਾਰ ਕਰਕੇ ਗੁਰੂ ਕੀ ਆਗਿਆ, ਗੁਰੂ ਕੀ ਅਸੀਸ ਲੈ ਕੇ ਫਿਰ ਚਾਲਾ ਮਾਰਿਆ ਕਰੀਏ। ਭਾਵੇਂ ਆਪਣਾ ਸੁਭਾਅ ਹੁੰਦਾ ਵੀ ਚਲੋ ਹੁਣ ਮੱਥਾ ਟੇਕ ਲਿਆ, ਜੇ ਸਵੇਰੇ ਅੰਮ੍ਰਿਤ ਵੇਲੇ ਜਾਣਾ ਤੇ ਕੋਈ ਲੋੜ ਹੀ ਨਹੀਂ, ਪਰ ਕੋਸ਼ਿਸ਼ ਕੀਤੀ ਜਾਵੇ। ਇਹ ਪੁਰਾਣੇ ਸਮੇਂ 'ਚ ਗੁਰਸਿੱਖਾਂ ਦੇ ਤੇ ਅੱਜ ਵੀ ਸੁਭਾਅ ਸਨ। ਸੋ ਮਸੰਦ ਸੰਗਤਾਂ ਜਦੋਂ ਚੱਲਣ ਲੱਗਦੀਆਂ ਨੇ, ਸਾਰੀ ਤਿਆਰੀ ਕਰਕੇ ਹਜੂਰ ਪਾਤਸ਼ਾਹ ਦੇ ਕੋਲ ਆਉਂਦੇ ਨੇ, ਨਮਸਕਾਰ ਕਰਦੇ ਨੇ, ਅਸੀਸਾਂ ਥਾਪੜੇ ਲੈਂਦੇ ਤੇ ਤੁਰ ਪੈਂਦੇ ਹਨ। ਜਹਾਂ ਕਹਾਂ ਗੁਰ ਸੁਜਸ ਉਚਾਰੇ। ਤੇ ਰਾਹ ਵਿੱਚ ਜਾਂਦਿਆਂ ਹੋਇਆਂ ਜਿੱਥੇ ਕਿੱਥੇ ਵੀ ਆਪਸ ਵਿੱਚ ਬੈਠੇ ਨੇ, ਤੁਰਦੇ ਫਿਰਦੇ ਨੇ, ਜਾਂ ਕੋਈ ਹੋਰ ਸਿੱਖ ਮਿਲਦਾ ਹੈ ਤਾਂ ਆਪਣੇ ਇਲਾਕਿਆਂ ਦੇ ਵਿੱਚ ਗੁਰੂ ਕਾ ਜਸ, ਗੁਰੂ ਕੀ ਵਡਿਆਈ ਕਰਦੇ ਹਨ। ਕੇਤਕ ਸਤਿਗੁਰ ਕੇ ਟਿਕ ਰਹੇ। ਤੇ ਕਈ ਜਿਹੜੇ ਬਹੁਤ ਪਿਆਰ ਵਾਲੇ ਨੇ ਨਾ, ਉਹ ਗੁਰੂ ਸਾਹਿਬ ਜੀ ਦੇ ਕੋਲ ਹੀ ਰੁਕ ਗਏ ਨੇ ਕਿ ਨਹੀਂ ਮਹਾਰਾਜ ਜੀ, ਅਸੀਂ ਹਾਲੇ ਘਰੇ ਨਹੀਂ ਜਾਣਾ, ਸਾਡਾ ਸਰਦਾ ਹੈ, ਸਾਡੇ ਕੰਮਕਾਰ ਪਿੱਛੇ ਚੱਲ ਰਹੇ ਨੇ, ਇਸ ਕਰਕੇ ਅਸੀਂ ਆਪ ਜੀ ਕੋਲ ਹੀ ਰੁਕਾਂਗੇ। ਦੀਪ ਮਾਲ ਕੋ ਮੇਲਾ ਲਹੇ। ਤੇ ਰੁਕਣ ਦਾ ਕਾਰਨ ਕੀ ਹੈ? ਕਿਉਂਕਿ ਦੀਪਮਾਲ, ਜਿਹਨੂੰ ਬੰਦੀ ਛੋੜ ਦਿਵਸ ਆਪਾਂ ਅੱਜ ਕਹਿੰਦੇ ਹਾਂ, ਦੀਵਾਲੀ ਦਿਹਾੜਾ ਜਿਹਨੂੰ ਕਿਹਾ ਜਾਂਦਾ ਸੀ, ਉਹ ਦੀਪਮਾਲਾ ਦਾ ਤਿਉਹਾਰ ਜਿਹੜਾ ਹੈ, ਉਹ ਸੋਹਣਾ ਮੇਲਾ ਜਿਹੜਾ ਹੈ, ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਦੀਪਮਾਲਾ ਤੇ ਗੁਰੂ ਸਾਹਿਬ ਕੋਲ ਇਕੱਤਰ ਹੁੰਦੀਆਂ ਸੀ ਤੇ ਅੱਜ ਵੀ ਹੁੰਦੀਆਂ ਹਨ। ਸੋ ਦੀਪਮਾਲਾ ਦਾ ਦਿਹਾੜਾ ਆ ਰਿਹਾ ਹੈ। ਥੋੜੇ ਦਿਵਸ ਅਹੈ ਤਿਸ ਮਾਹੇ। ਤੇ ਉਹਦੇ ਵਿੱਚ ਥੋੜੇ ਕੁ ਦਿਨ ਜਿਹੜੇ ਹਨ ਉਹ ਬਾਕੀ ਰਹਿ ਗਏ ਹਨ। ਸੋ ਕਰ ਕੈ ਨਿਜ ਘਰ ਕੋ ਜਾਹੇ। ਤੇ ਮਹਾਰਾਜ ਅਸੀਂ ਉਹ ਕਾਰਜ ਜਿਹੜਾ ਹੈ, ਦੀਪਮਾਲਾ ਦਾ ਮੇਲਾ ਜਿਹੜਾ, ਉਹ ਕਰਕੇ ਫਿਰ ਘਰਾਂ ਨੂੰ ਜਾਵਾਂਗੇ। ਕਈਆਂ ਨੇ ਆਪੇ ਬੇਨਤੀ ਕੀਤੀ ਤੇ ਕਈ ਸਿੱਖਾਂ ਨੂੰ ਹਜੂਰ ਪਾਤਸ਼ਾਹ ਨੇ ਹੁਕਮ ਲਾ ਦਿੱਤਾ ਕਿ ਭਾਈ ਤੁਸੀਂ ਨਹੀਂ ਹਾਲੇ ਜਾਣਾ, ਕਿਉਂਕਿ ਕਈ ਜ਼ਿੰਮੇਵਾਰ ਸਰੀਰ ਹੁੰਦੇ ਨੇ। ਤਾਂ ਹਜੂਰ ਕਹਿੰਦੇ ਨਹੀਂ, ਤੁਸੀਂ ਦੀਪਮਾਲਾ ਦਾ ਮੇਲਾ ਜਿਹੜਾ ਹੈ ਉਹ ਦੇਖ ਕੇ, ਉਹ ਸਾਰਾ ਕਰਕੇ ਫਿਰ ਜਾਣਾ ਕਰਿਓ। ਕਬ ਕਬ ਸਤਿਗੁਰ ਚੜੈ ਤੁਰੰਗ। ਇਸ ਤਰ੍ਹਾਂ ਮੇਰੇ ਹਜੂਰ ਪਾਤਸ਼ਾਹ ਹੁਣ ਇਹ ਜਿਹੜੇ ਦਿਨ ਨੇ ਨਾ, ਜੋ ਸੰਗਤਾਂ ਜਾ ਰਹੀਆਂ ਨੇ, ਉਸ ਤੋਂ ਬਾਅਦ ਦੀਪਮਾਲਾ ਦਾ ਤਿਉਹਾਰ ਆਉਣ ਵਾਲਾ ਹੈ, ਇਹਦੇ ਵਿਚਲੇ ਜਿਹੜੇ ਦਿਨ ਹਨ, ਹਜੂਰ ਪਾਤਸ਼ਾਹ ਦੀ ਦਿਨਚਰਿਆ ਕੀ ਹੈ? ਕਦੇ ਕਦੇ ਪਾਤਸ਼ਾਹ ਜੀ ਸੋਹਣੇ ਘੋੜੇ ਦੇ ਉੱਤੇ ਸਵਾਰ ਹੁੰਦੇ ਹਨ। ਦੇਖੈ ਸਤੁਦਰਵ ਤੀਰ ਤਰੰਗ। ਤੇ ਜਿਹੜਾ ਸਤਲੁਜ ਦਰਿਆ ਹੈ, ਉਹਦਾ ਸੋਹਣਾ ਕਿਨਾਰਾ ਜਿਹੜਾ ਹੈ, ਆਪਣੇ ਘੋੜੇ ਤੇ ਸਵਾਰ ਹੋ ਕੇ ਦੇਖਣਾ ਕਰਦੇ ਹਨ। ਮੰਦ ਮੰਦ ਹੈ ਪੰਥ ਚਲਾਵੈ। ਤੇ ਜਦੋਂ ਘੋੜੇ ਤੇ ਚੱਲਦੇ ਨੇ ਤਾਂ ਮੰਦ ਮੰਦ ਭਾਵ ਬਹੁਤ ਮਿੱਠੀ ਮਿੱਠੀ ਚਾਲ ਜਿਹੜੀ ਹਨ ਉਸ ਰਸਤੇ ਤੇ ਚਲਾਉਂਦੇ ਹਨ। ਕੂਲਹਿ ਕੂਲ ਬਿਲੋਕਤ ਜਾਵੈ। ਤੇ ਸੋਹਣਾ ਦਰਿਆ ਦਾ ਕਿਨਾਰਾ ਜਿਹੜਾ ਨਾ,
ਉਹਨੂੰ ਬੜੇ ਧਿਆਨ ਦੇ ਨਾਲ ਦਰਿਆ ਨੂੰ ਵੀ, ਕਿਨਾਰੇ ਨੂੰ ਵੀ, ਕੁਦਰਤ ਨੂੰ ਵੀ ਬੜੇ ਸੋਹਣੇ ਪਿਆਰ ਦੇ ਨਾਲ ਦੇਖਦੇ ਜਾ ਰਹੇ ਹਨ। ਨੇਤਰ ਤੁੰਗ ਕੇ ਸੈਲਨ ਤਰੇ। ਸੋ ਇਸ ਤਰ੍ਹਾਂ ਇਸ ਸਤਲੁਜ ਦਰਿਆ ਦਾ ਜਿਹੜਾ ਕਿਨਾਰਾ ਹੈ, ਜਿਸ ਤੇ ਛੋਟੇ ਵੱਡੇ ਕੁਝ ਪਹਾੜ ਆਸੇ-ਪਾਸੇ ਹਨ, ਸੈਲ ਕਰਤ ਸੁੰਦਰ ਥਲ ਫਿਰੇ। ਹਜੂਰ ਪਾਤਸ਼ਾਹ ਜੀ ਸੋਹਣੀ ਸੈਰ ਕਰਦੇ ਨੇ ਤੇ ਸੋਹਣੇ ਸੋਹਣੇ ਰਮਣੀਕ ਅਸਥਾਨ ਜਿਹੜੇ ਹਨ ਉਹ ਦੇਖਦੇ ਵਿਚਰਦੇ ਹਨ। ਆਲਬ ਉਤੰਗਨ ਥਲ ਕੋ ਹੇਰਾ। ਕਈ ਵਾਰ ਉੱਚੇ ਥਾਂ ਆ ਜਾਂਦੇ ਨੇ, ਕਈ ਵਾਰ ਨੀਵੇਂ ਥਾਂ ਆ ਜਾਂਦੇ ਨੇ, ਤਾਂ ਹਜੂਰ ਪਾਤਸ਼ਾਹ ਸਾਰੇ ਉੱਚੇ ਨੀਵੇਂ ਥਾਵਾਂ ਨੂੰ ਦੇਖਦੇ ਜਾਂਦੇ ਹਨ। ਕਬਹੂ ਕੰਦਰਾ ਮਹਿ ਪ੍ਰੇਰਹਿ। ਤੇ ਕਈ ਵਾਰ ਹਜੂਰ ਪਾਤਸ਼ਾਹ ਜੰਗਲ ਦੇ ਵਿੱਚ ਚਲੇ ਜਾਂਦੇ ਹਨ, ਆਪਣੇ ਘੋੜੇ ਨੂੰ ਪ੍ਰੇਰ ਦਿੰਦੇ ਹਨ। ਕਹਿ ਪਾਨੇ ਕੋ ਸੰਗ ਚੜਾਵੇ। ਤੇ ਕਈ ਵਾਰ ਹਜੂਰ ਪਾਤਸ਼ਾਹ ਭਾਈ ਭਾਨਾ ਜੀ ਨੂੰ ਆਪਣੇ ਨਾਲ ਹੁਕਮ ਕਰਕੇ ਚੜਾ ਲੈਂਦੇ ਨੇ ਘੋੜੇ ਤੇ, ਭਾਵ ਅਲੱਗ ਘੋੜੇ ਤੇ। ਉਹ ਨਾਲ ਚੜਨ ਦਾ ਮਤਲਬ ਵੀ ਕਈ ਵਾਰ ਉਹਨੂੰ ਕਹਿੰਦੇ ਅੱਜ ਤੂੰ ਵੀ ਸਾਡੇ ਨਾਲ ਚੱਲ, ਤਾਂ ਭਾਈ ਭਾਨਾ ਜੀ ਨੂੰ ਹੁਕਮ ਕਰਕੇ ਆਪਣੇ ਨਾਲ ਲੈ ਲੈਂਦੇ ਹਨ। ਚੜੈ ਜੋਧ ਆਨੰਦ ਉਪਜਾਵੇ। ਤੇ ਰਾਏ ਜੋਧ ਜੋ 500 ਆਪਣੇ ਕੋਲ ਫੌਜਾਂ ਲੈ ਕੇ ਹਜੂਰ ਪਾਤਸ਼ਾਹ ਦੇ ਕੋਲ ਆਇਆ ਹੈ, ਹਜੂਰ ਪਾਤਸ਼ਾਹ ਉਹਨੂੰ ਵੀ ਨਾਲ ਲੈ ਲੈਂਦੇ ਨੇ ਤੇ ਬੜਾ ਆਨੰਦ ਬਣਦਾ ਹੈ, ਸੋਹਣੇ ਬਚਨ ਬਿਲਾਸ ਕਰਦੇ ਜਾਂਦੇ ਹਨ। ਕਿਤ ਬੈ ਸਹਿ ਥਲ ਨੀ ਕੋ ਜਾਨ। ਤੇ ਕਈ ਵਾਰ ਹਜੂਰ ਪਾਤਸ਼ਾਹ ਵਿਚਰਦਿਆਂ ਹੋਇਆ ਕੋਈ ਸੋਹਣਾ ਰਮਣੀਕ ਅਸਥਾਨ ਦੇਖ ਲੈਣਾ, ਜਿੱਥੇ ਸੋਹਣਾ ਕੂਲਾ ਘਾਹ ਹੋਵੇ, ਖੁੱਲੀ ਜੀ ਥਾਂ ਹੋਵੇ, ਦਰਿਆ ਸਾਹਮਣੇ ਦਿਸਦਾ ਹੋਵੇ, ਪਹਾੜ ਦਿਸਦੇ ਹੋਣ, ਤਾਂ ਹਜੂਰ ਪਾਤਸ਼ਾਹ ਕੁਝ ਸਮਾਂ ਉੱਥੇ ਟਿਕ ਜਾਂਦੇ ਹਨ। ਲਗੈ ਸਭਨ ਕੋ ਤਹਾਂ ਦੀਵਾਨ। ਤੇ ਜਿੱਥੇ ਗੁਰੂ ਸਾਹਿਬ ਬਹਿ ਜਾਂਦੇ ਨੇ, ਸਾਰੇ ਸਿੰਘ ਜਿਹੜੇ ਗੁਰੂ ਕੇ ਸਿੱਖ ਸੂਰਮੇ ਜਿਹੜੇ ਨਾਲ ਹਨ, ਉਹ ਸਾਰੇ ਉੱਥੇ ਬਹਿ ਜਾਂਦੇ ਤੇ ਉੱਥੇ ਹੀ ਦੀਵਾਨ ਲੱਗ ਜਾਂਦਾ ਹੈ। ਭਾਵ ਜਿੱਥੇ ਗੁਰੂ ਬਹਿ ਜਾਏ ਉੱਥੇ ਦੀਵਾਨ, ਭਾਵ ਉੱਥੇ ਗੁਰਮਤਿ ਦੀਆਂ ਬਾਤਾਂ, ਅਕਾਲ ਪੁਰਖ ਦੀਆਂ ਬਾਤਾਂ, ਅਕਾਲ ਪੁਰਖ ਦੇ ਘਰ ਦਾ ਉਪਦੇਸ਼ ਜਿਹੜਾ ਉਹ ਸਾਂਝਾ ਹੋਣ ਲੱਗਦਾ ਹੈ। ਬਿਧੀ ਚੰਦ ਬਹੁਕਾਰ ਸੰਵਾਰੇ। ਇਧਰ ਬਾਬਾ ਬਿਧੀ ਚੰਦ ਸਾਹਿਬ ਜੀ ਜੋ ਸਾਰੀ ਕਾਰ ਹੈ, ਭਾਵ ਸਾਰਾ ਜ਼ਿੰਮੇਵਾਰੀ ਵਾਲਾ ਕੰਮ ਜਿਹੜਾ ਹੈ ਉਹਨੂੰ ਸੰਭਾਲਦੇ ਪਏ ਹਨ। ਗੁਰੂ ਸਦਨ ਕੀ ਠਾਨ ਹੈ ਸਾਰੇ। ਗੁਰੂ ਘਰ ਦਾ ਜਿਤਨਾ ਵੀ ਪ੍ਰਬੰਧ ਹੈ, ਸੰਗਤਾਂ ਨੇ ਆਉਣਾ, ਜੋ ਭੇਟਾਵਾਂ ਆਉਣੀਆਂ, ਜੋ ਧਨ ਆਉਣਾ, ਧਨ ਜਾਣਾ, ਇਹ ਸਾਰਾ ਪ੍ਰਬੰਧ ਜਿਹੜਾ ਹੈ ਬਾਬਾ ਬਿਧੀ ਚੰਦ ਸਾਹਿਬ ਜੀ ਦੇਖ ਰਹੇ ਹਨ। ਦਿਨ ਪ੍ਰਤ ਦੇਗ ਹੋਏ ਅਧਿਕਾਏ। ਤੇ ਦਿਨ ਪ੍ਰਤੀ ਦਿਨ ਸੰਗਤਾਂ ਦੀ ਆਵਾਜਾਈ ਵੱਧ ਰਹੀ ਹੈ ਦੀਪਮਾਲਾ ਨੂੰ ਦੇਖ ਕੇ, ਤਾਂ ਦੇਗ ਭਾਵ ਕੇ ਲੰਗਰ ਜਿਹੜਾ ਉਹ ਰੋਜ਼ ਅਧਿਕਾਈ ਵੱਧ ਤੋਂ ਵੱਧ ਬਣ ਰਿਹਾ ਹੈ। ਸਿੱਖ ਸੰਗਤ ਅਚਵਹਿ ਸਮੁਦਾਏ। ਤੇ ਸਿੱਖ ਸੰਗਤਾਂ ਜਿਹੜੀਆਂ ਸਮੁਦਾਇ ਰੂਪ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਅਚਵਹਿ ਆ ਕਰਕੇ ਗੁਰੂ ਕੇ ਲੰਗਰ ਛਕ ਰਹੀਆਂ ਹਨ। ਆਵਹਿ ਜਾਹੇ ਸਮੂਹ ਹਮੇਸ਼ਾ। ਤੇ ਬੜੇ ਵੱਡੇ ਸਮੂਹ ਦੇ ਵਿੱਚ ਹਮੇਸ਼ਾ ਹੀ 8 ਪੈਰ ਹੀ 24 ਘੰਟੇ ਹੀ ਸੰਗਤਾਂ ਆਉਂਦੀਆਂ ਜਾਂਦੀਆਂ ਪਈਆਂ ਹਨ। ਕਈ ਸੰਗਤਾਂ ਲੰਗਰ ਛਕ ਕੇ ਚਲੀਆਂ ਗਈਆਂ, ਕਈ ਆ ਕੇ ਬਹਿ ਜਾਂਦੀਆਂ ਨੇ, ਕੋਈ ਸੇਵਾ ਵਿੱਚ ਜੁਟ ਜਾਂਦਾ ਹੈ। ਇੰਝ 24 ਘੰਟੇ ਹੀ ਗੁਰੂ ਘਰ ਵਿੱਚ ਸੰਗਤਾਂ ਦੀ ਆਵਾਜਾਈ ਹੈ। ਤ੍ਰਿਪਤ ਭੋਜਨ ਦੇਗ ਅਸੇਸ। ਤੇ ਸਾਰੇ ਭੋਜਨ ਛਕ ਕੇ ਤ੍ਰਿਪਤ ਹੁੰਦੇ ਨੇ। ਤੇ ਤ੍ਰਿਪਤ ਦਾ ਭਾਵ ਮਨ ਭਾਉਂਦਾ ਭੋਜਨ ਛਕਦੇ ਨੇ। ਜਿੰਨਾ ਮਨ ਨੂੰ ਭਾਉਂਦਾ ਹੈ, ਤਨ ਦੀ ਲੋੜ ਹੈ, ਉਹਨਾਂ ਛਕਦੇ ਨੇ। ਇਹ ਨਹੀਂ ਕਿ ਤਨ ਦੀ ਲੋੜ ਪੂਰੀ ਹੋ ਗਈ ਪਰ ਮਨ ਰੱਜਿਆ ਨਹੀਂ, ਹੋਰ ਥਾਲੀਆਂ 'ਚ ਪਵਾ ਲਈਏ, ਬਾਅਦ ਵਿੱਚ ਸਾਰਾ ਰੋੜ ਦਈਏ ਤੇ ਬਾਅਦ ਵਿੱਚ ਬਹਾਨਾ ਕੀ ਹੁੰਦਾ, ਨਹੀਂ ਜੀ ਇਹ ਵੀ ਨਾਲੀਆਂ 'ਚ ਰਹਿਣ ਵਾਲੇ ਕੀੜਿਆਂ ਮਕੌੜਿਆਂ ਵਾਸਤੇ ਹੈ। ਭਾਵ ਇਹ ਜ਼ਿੰਮੇਵਾਰੀਆਂ ਸ਼ਾਇਦ ਅਸੀਂ ਚੁੱਕੀਆਂ ਹੋਈਆਂ ਨੇ। ਕਈ ਵਾਰ ਸਾਡੇ ਕੋਲ ਇਹ ਬਹਾਨਾ ਹੁੰਦਾ, ਜੇ ਲੰਗਰ ਛੱਡ ਦਈਏ, ਕੋਈ ਪੁੱਛੇ ਵੀ ਝੂਠ ਕਿਉਂ ਛੱਡੀ, ਲਓ ਜੀ ਨਾਲੀ 'ਚ ਜਾਏਗਾ, ਕਈ ਕੀੜੇ ਮਕੌੜੇ ਖਾਣਗੇ, ਉਹਨਾਂ ਦਾ ਢਿੱਡ ਵੀ ਭਰੇਗਾ, ਜਿਵੇਂ ਖੌਰੇ ਰੱਬ ਨੇ ਜ਼ਿੰਮੇਵਾਰੀ ਸਾਨੂੰ ਹੀ ਦਿੱਤੀ ਵੀ ਇਹ ਤੁਸੀਂ ਪਾਲਣੇ ਨੇ। ਨਹੀਂ, ਇਹ ਉਹਨੇ ਪ੍ਰਮਾਤਮਾ ਨੇ ਉਹਨਾਂ ਦਾ ਪ੍ਰਬੰਧ ਕੀਤਾ ਕਿਸੇ ਨਾ ਕਿਸੇ ਬਹਾਨੇ, ਪਰ ਅਸੀਂ ਝੂਠ ਨਾ ਛੱਡੀਏ ਤਾਂ ਸਾਡਾ ਇਹਦੇ ਵਿੱਚ ਹੀ ਭਲਾ ਹੈ। ਸੋ ਖੈਰ, ਉਹ ਮਨ ਭਾਉਂਦਾ ਅੰਨ ਜਿਹੜਾ ਹੈ ਸਾਰੇ ਛਕ ਰਹੇ ਹਨ। ਨਾਨਾ ਭਾਂਤ ਬਨਹਿ ਰਸ ਸਵਾਦ। ਤੇ ਲੰਗਰ ਦੇ ਵਿੱਚ ਨਾਨਾ ਪ੍ਰਕਾਰ ਦੇ ਬੜੇ ਸਵਾਦਿਸ਼ਟ ਭੋਜਨ ਜਿਹੜੇ ਹਨ ਉਹ ਬਣ ਰਹੇ ਹਨ। ਮਿਲੈ ਸੰਤ ਸਿੱਖ ਭਨ ਸੰਵਾਦ। ਤੇ ਸਾਰੇ ਸੰਤ ਸਿੱਖ ਆਪਸ ਵਿੱਚ ਮਿਲਦੇ ਨੇ ਤੇ ਮਿਲ ਕੇ ਪਤਾ ਕੀ ਕਰਦੇ, ਭਨ ਸੰਵਾਦ। ਲੰਗਰ ਵਿੱਚ ਬੈਠਿਆਂ ਵੀ ਜੇ ਕਿਤੇ ਸਮਾਂ ਮਿਲਦਾ ਹੈ ਤਾਂ ਗੁਰੂ ਕੀਆਂ ਬਾਤਾਂ ਕਰਦੇ ਨੇ। ਸਿੱਖ ਸੰਤ ਬਿਰਤੀ ਦੇ ਜਿਹੜੇ ਹਨ ਉਹ ਸੰਵਾਦ ਭਾਵ ਆਪਸ ਵਿੱਚ ਸ੍ਰੇਸ਼ਟ ਚਰਚਾ ਕਰਦੇ ਨੇ।
ਐਵੇਂ ਨਹੀਂ ਜਿੱਥੇ ਬੈਠੇ ਉੱਥੇ ਸਿੰਘ ਫਸਾ ਕੇ ਬਹਿ ਗਏ। ਗੁਰੂ ਕੀ ਬਾਤ ਕਰਦੇ ਨੇ। ਜੇ ਕੋਈ ਗੱਲ ਸਮਝ ਨਹੀਂ ਆਉਂਦੀ ਇੱਕ ਦੂਜੇ ਨੂੰ ਪੁੱਛਦੇ ਨੇ, ਭਾਈ ਮੈਨੂੰ ਆਹ ਗੱਲ ਦੀ ਸਮਝ ਨਹੀਂ ਆਉਂਦੀ, ਤੇਰੇ ਕੋਲ ਗਿਆਨ ਹੈ, ਤੂੰ ਇਹ ਦਾਤ ਜਿਹੜੀ ਮੇਰੀ ਝੋਲੀ ਵਿੱਚ ਪਾ। ਸੋ ਆਪਸ ਵਿੱਚ ਬਹਿ ਕੇ ਗੁਰੂ ਕੀਆਂ ਬਾਤਾਂ ਕਰਦੇ ਹਨ। ਸਤਿਗੁਰ ਸਭਾ ਲਗਾਵੇ ਜਬ ਹੂੰ। ਤੇ ਇੱਧਰ ਹਜੂਰ ਪਾਤਸ਼ਾਹ ਜੀ ਜਦੋਂ ਵੀ ਸਵੇਰੇ ਸ਼ਾਮ ਦੀਵਾਨ ਲਾਉਂਦੇ ਹਨ ਤਾਂ ਦਰਸ ਲਗਦੀ ਰਗ ਮਿਲ ਸਭ ਹੂੰ। ਤੇ ਸਾਰੀਆਂ ਸੰਗਤਾਂ ਜਿਹੜੀਆਂ ਬੜੀ ਵੱਡੀ ਗਿਣਤੀ ਵਿੱਚ ਆ ਕਰਕੇ ਹਜੂਰ ਦੇ ਦਰਸ਼ਨ ਕਰਦੀਆਂ ਹਨ। ਹਾਥ ਜੋਰ ਗੁਰਮੁਖ ਤੇ ਬੈਨ। ਤੇ ਸਾਰੇ ਜਣੇ ਹੱਥ ਜੋੜ ਕੇ ਨਾ ਆਪਣੇ ਮੁਖ ਤੋਂ ਹਜੂਰ ਪਾਤਸ਼ਾਹ ਅੱਗੇ ਬੇਨਤੀਆਂ ਕਰਦੇ ਨੇ ਤੇ ਹਜੂਰ ਪਾਤਸ਼ਾਹ ਫਿਰ ਬਚਨ ਸੁਣਾਉਂਦੇ ਹਨ। ਸੁਨੈ ਭਗਤ ਆਤਮ ਰਸ ਐਨ। ਤੇ ਹੱਥ ਜੋੜ ਕੇ ਜੋ ਗੁਰੂ ਸਾਹਿਬ ਦੀ ਰਸਨਾ ਤੋਂ ਮੁਬਾਰਕ ਬਚਨ ਨਿਕਲਦੇ ਨੇ ਨਾ, ਬੜੀ ਇਕਾਗਰਤਾ ਨਾਲ ਸਾਰੇ ਜਣੇ ਸੁਣਦੇ ਨੇ ਬਹਿ ਕਰਕੇ। ਤੇ ਸੁਣਦੇ ਕੀ ਨੇ? ਇੱਕ ਇੱਕ ਬਚਨ ਦੇ ਵਿੱਚ ਆਤਮ ਰਸ ਹੈ, ਇੱਕ ਇੱਕ ਬਚਨ ਦੇ ਵਿੱਚ ਆਤਮਿਕ ਗਿਆਨ ਮਿਲਦਾ ਹੈ। ਗੁਰਮਤਿ ਕੋ ਪ੍ਰਾਪਤ ਗਨ ਹੋਏ। ਤੇ ਜਿਹੜਾ ਵੀ ਗੁਰੂ ਕੇ ਬਚਨਾਂ ਨੂੰ ਬੜੇ ਧਿਆਨ ਦੇ ਨਾਲ ਸੁਣਦਾ ਨਾ, ਭਾਵੇਂ ਅੱਜ ਦੀ ਬਾਤ ਹੈ, ਭਾਵੇਂ ਕੋਈ 200 ਸਾਲ ਪਹਿਲਾਂ ਦੀ ਬਾਤ ਹੈ, ਜਾਂ ਅਗਾਂਹ ਦੁਨੀਆ ਰਵੇਗੀ ਬਾਤਾਂ ਹੋਣਗੀਆਂ, ਜਿਹੜਾ ਵੀ ਗੁਰੂ ਕੇ ਬਚਨਾਂ ਨੂੰ ਬੜੇ ਧਿਆਨ ਇਕਾਗਰਤਾ ਨਾਲ ਸੁਣੇਗਾ ਨਾ, ਉਹਨੂੰ ਆਤਮ ਗਿਆਨ ਹੋਏਗਾ। ਇਹ ਸੱਚ ਹੈ। ਬੜੇ ਮਹਾਂਪੁਰਖ, ਬੜੇ ਗੁਰਸਿੱਖ ਤੁਹਾਨੂੰ ਅੱਜ ਵੀ ਪੰਥ 'ਚ ਐਸੇ ਮਿਲਣਗੇ ਜਿਨ੍ਹਾਂ ਨੇ ਸ਼ਾਇਦ ਕੋਈ ਕਿਤਾਬਾਂ ਦੇ ਪੰਨੇ ਨਹੀਂ ਪਲਟੇ ਹੋਣੇ, ਜਿਨ੍ਹਾਂ ਨੇ ਕੋਈ ਡਿਗਰੀਆਂ ਨਹੀਂ ਕੀਤੀਆਂ ਹੋਣੀਆਂ। ਇੱਥੋਂ ਤੱਕ ਵੀ ਕਹਿਣ 'ਚ ਕੋਈ ਹਰਜ ਨਹੀਂ ਕਿ ਸ਼ਾਇਦ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਵੀ ਨਹੀਂ ਕੀਤੀ ਹੋਣੀ, ਪਰ ਉਹ ਕਥਾ ਨੂੰ, ਗੁਰੂ ਕੀ ਬਾਣੀ ਨੂੰ ਇੰਨੇ ਪਿਆਰ ਦੇ ਨਾਲ ਸੁਣਦੇ ਨੇ ਨਾ ਕਿ ਜਦੋਂ ਕਦੀ ਉਹਨਾਂ ਨੂੰ ਤੁਸੀਂ ਮਿਲਦੇ ਹੋ, ਬੜੇ ਤੁਹਾਨੂੰ ਵੀ ਜਾਣਦੇ ਹੋਣਗੇ, ਉਹਨਾਂ ਦੇ ਅੰਦਰ ਜਿਹੜਾ ਅਨੁਭਵ ਹੈ, ਜਿਹੜਾ ਆਤਮਿਕ ਗਿਆਨ ਹੈ, ਉਹ ਸਾਡੇ ਵਰਗੇ ਪੰਨੇ ਪਲਟਣ ਵਾਲੇ ਜਿਹੜੇ ਉਹਨਾਂ ਦੇ ਸਾਹਮਣੇ ਫੇਲ ਹੋ ਜਾਂਦੇ ਹਨ। ਸੋ ਇਸ ਲਈ ਹਜੂਰ ਪਾਤਸ਼ਾਹ ਜੀ ਦੇ ਕੋਲ ਜਦੋਂ ਸੰਗਤ ਆਉਂਦੀ ਹੈ, ਬੜੇ ਧਿਆਨ ਦੇ ਨਾਲ ਗੁਰੂ ਕੇ ਇੱਕ ਇੱਕ ਵਚਨ ਨੂੰ ਸੁਣਦੇ ਨੇ ਤੇ ਅੰਦਰ ਆਤਮਿਕ ਗਿਆਨ ਪ੍ਰਾਪਤ ਹੁੰਦਾ ਹੈ। ਮਨ ਬਾਂਛਤ ਪੂਰੈ ਸਭ ਕੋਏ। ਤੇ ਸਾਰੇ ਆਪਣੀਆਂ ਮਨ ਬਾਂਛਿਤ ਇੱਛਾ ਜਿਹੜੀਆਂ ਹਨ ਉਹਨਾਂ ਨੂੰ ਗੁਰੂ ਤੋਂ ਪੂਰੀਆਂ ਕਰਦੇ ਹਨ। ਦੀਪ ਮਾਲ ਦਿਨ ਨੇਰੇ ਜਾਨ। ਇੱਧਰ ਦੀਪਮਾਲਾ ਦਾ ਦਿਨ ਜਿਹੜਾ ਹੈ ਬਹੁਤ ਨੇੜੇ ਜਾਣ ਕਰਕੇ ਮੇਲਾ ਆਵਨ ਲੱਗਿਓ ਮਹਾਨ। ਹੁਣ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਜਿਹੜੀਆਂ ਨੇ ਉਹ ਆਉਣ ਲੱਗ ਪਈਆਂ ਹਨ। ਸਫਲ ਜਨਮ ਨਿਜ ਕਰ ਬੇਹੇਤ। ਕਿਉਂਕਿ ਹਰ ਕੋਈ ਚਾਹੁੰਦਾ ਹੈ ਕਿ ਮੈਂ ਗੁਰੂ ਕੋਲ ਪਹੁੰਚ ਜਾਵਾਂ ਤੇ ਮੈਂ ਗੁਰੂ ਕੇ ਦੀਦਾਰ ਕਰਕੇ, ਬਚਨ ਸਰਵਣ ਕਰਕੇ, ਗੁਰੂ ਘਰ ਸੇਵਾ ਕਰਕੇ ਆਪਣਾ ਇਹ ਮਨੁੱਖਾ ਜਨਮ ਜਿਹੜਾ ਸਫਲਾ ਕਰ ਲਵਾਂ। ਸੋ ਜਨਮ ਸਫਲਾ ਕਰਨ ਵਾਸਤੇ ਹਰ ਕੋਈ ਪਹੁੰਚਣ ਲੱਗਾ। ਲਏ ਉਪਾਇਨ ਤਜੇ ਨਿਕੇਤ। ਤੇ ਸਾਰਿਆਂ ਨੇ ਆਪਣੇ ਘਰ ਜਿਹੜੇ ਉਹ ਛੱਡ ਦਿੱਤੇ ਨੇ ਤੇ ਭੇਟਾਵਾਂ ਨਾਲ ਲੈ ਕੇ ਗੁਰੂ ਘਰ ਵੱਲ ਨੂੰ ਚੱਲ ਪਏ ਹਨ। ਬਹੁਤ ਦਿਨ ਕੀ ਸੰਚੀ ਗੁਰਕਾਰ। ਤੇ ਕਈਆਂ ਨੇ ਬਹੁਤ ਦਿਨਾਂ ਤੋਂ ਗੁਰੂ ਸਾਹਿਬ ਦੇ ਵਾਸਤੇ ਭੇਟਾ ਜਿਹੜੀ ਮਾਇਆ ਜਿਹੜੀ ਉਹ ਇਕੱਤਰ ਕਰਕੇ ਰੱਖੀ ਹੋਈ ਹੈ। ਕਈ ਵਾਰ ਆਪਾਂ ਮੌਕੇ ਦੀ ਮੌਕੇ ਕੋਸ਼ਿਸ਼ ਕਰਦੇ ਹਾਂ, ਮੈਂ ਐਡੀ ਵੱਡੀ ਸੇਵਾ ਕਰ ਲਾਂ, ਫਿਰ ਆਰਥਿਕ ਪੱਖ ਕਮਜ਼ੋਰ ਹੁੰਦਾ, ਆਪਣੇ ਤੋਂ ਹੁੰਦੀ ਨਹੀਂ, ਫਿਰ ਆਪਾਂ ਢੇਰੀ ਜੀ ਢਾ ਦਿੰਦੇ ਹਾਂ ਕਿ ਮੈਂ ਸੇਵਾ ਕਰਨੀ ਚਾਹੁੰਦਾ ਸੀ ਪਰ ਮੇਰਾ ਹੱਥ ਜਿਹੜਾ ਉਹ ਤੰਗ ਸੀ, ਜਾਂ ਮੇਰੇ ਕੋਲ ਮੈਂ ਜਾਣਾ ਸੀ, ਮੇਰੇ ਕੋਲ ਮਾਇਆ ਨਹੀਂ ਸੀ। ਪੁਰਾਤਨ ਗੁਰਸਿੱਖ ਜਿਹੜੇ ਹੁੰਦੇ ਸੀ ਨਾ, ਉਹਨਾਂ ਨੂੰ ਪਤਾ ਹੁੰਦਾ ਸੀ ਅਸੀਂ ਇਸ ਦਿਹਾੜੇ ਇਸ ਸਮੇਂ ਗੁਰੂ ਸਾਹਿਬ ਕੋਲ ਜਾਣਾ। ਉਹ ਪਹਿਲਾਂ ਹੀ ਮਾਇਆ ਜੋੜਨੀ ਸ਼ੁਰੂ ਕਰ ਦੇਣੀ, ਭੇਟਾਵਾਂ ਬਣਾਉਣੀਆਂ। ਜਿਵੇਂ ਇੱਕ ਮਾਂ ਜਿਹੜੀ ਹੈ ਉਹ ਧੀ ਦਾ ਦਾਜ ਛੋਟੀ ਹੁੰਦੀ ਦਾ ਹੀ ਬਣਾਉਣਾ ਸ਼ੁਰੂ ਕਰ ਦਿੰਦੀ ਹੈ ਨਾ, ਇਸੇ ਤਰ੍ਹਾਂ ਜਿਹੜੇ ਗੁਰਸਿੱਖਾਂ ਨੇ ਗੁਰੂ ਨੂੰ ਕੁਝ ਭੇਟਾ ਕਰਨਾ ਹੁੰਦਾ ਸੀ ਨਾ, ਉਹ ਸ਼ੁਰੂ ਤੋਂ ਹੀ ਥੋੜ੍ਹਾ ਥੋੜ੍ਹਾ ਜੋੜਨਾ ਸ਼ੁਰੂ ਕਰ ਦਿੰਦੇ ਸੀ। ਜੇ ਕਿਤੇ ਜਾਣਾ, ਕੋਈ ਚੀਜ਼ ਖਰੀਦ ਲੈਣੀ ਕਿ ਜਦੋਂ ਗੁਰੂ ਸਾਹਿਬ ਕੋਲ ਜਾਵਾਂਗੇ ਉਦੋਂ ਆ ਲੈ ਜਾਵਾਂਗੇ ਤੇ ਗੁਰੂ ਸਾਹਿਬ ਨੂੰ ਭੇਟਾ ਕਰਾਂਗੇ। ਇੰਜ ਫਿਰ ਸਾਰਿਆਂ ਨੇ ਜੋ ਵੀ ਆਪਣੇ ਸਮੇਂ ਨਾਲ ਇਕੱਠਾ ਕੀਤਾ ਹੁੰਦਾ ਸੀ ਉਹ ਸਾਰੇ ਲੈ ਕੇ ਤੁਰ ਪਏ ਹਨ। ਕੇ ਤੱਕ ਲੈ ਪਹੁੰਚੇ ਦਰਬਾਰ। ਸੋ ਇਸ ਤਰ੍ਹਾਂ ਬੇਅੰਤ ਸੰਗਤਾਂ ਜਿਹੜੀਆਂ ਨੇ ਇਹ ਧਨ, ਇਹ ਭੇਟਾਵਾਂ ਲੈ ਕੇ ਗੁਰੂ ਕੇ ਦਰਬਾਰ ਪਹੁੰਚ ਗਈਆਂ ਹਨ। ਗਾਵਤ ਸੁਨਤ ਸਿੱਖ ਗੁਰਬਾਣੀ। ਤੇ ਜਦੋਂ ਆਉਂਦੇ ਨੇ ਆ ਕੇ ਗੁਰੂ ਕੀ ਬਾਣੀ ਨੂੰ ਗਾਉਂਦੇ ਨੇ, ਗੁਰੂ ਕੀ ਬਾਣੀ ਗਾ ਰਹੇ ਸਿੱਖਾਂ ਦੀ ਰਸਨਾ ਤੋਂ ਸੁਣਦੇ ਹਨ। ਮਗ ਮਹਿ ਚਲਤ ਬਿਕਾਰਨ ਹਾਨੀ। ਤੇ ਰਸਤੇ ਦੇ ਵਿੱਚ ਵੀ ਚੱਲਦਿਆਂ ਹੋਇਆ ਗੁਰੂ ਕੀ ਬਾਣੀ ਨੂੰ ਹੀ ਗਾਉਂਦੇ ਨੇ, ਗੁਰੂ ਕੀ ਬਾਣੀ ਨੂੰ ਹੀ ਸੁਣਦੇ ਨੇ। ਇਹਦਾ ਉਹਨਾਂ ਨੂੰ ਫਲ ਕੀ ਪ੍ਰਾਪਤ ਹੁੰਦਾ ਹੈ ਕਿ ਬੇਕਾਰਨ ਹਾਨੀ, ਜਿਹੜੇ ਅੰਦਰ ਦੇ ਵਿਕਾਰ ਹਨ ਉਹ ਖਤਮ ਹੁੰਦੇ ਹਨ
ਤੇ ਹਰ ਵਾਰੀ ਤਕਰੀਬਨ ਐਸਾ ਸਮਾਂ ਆਵੇ ਤੇ ਬੇਨਤੀ ਕਰਦੇ ਆ, ਜਦੋਂ ਵੀ ਆਓ ਯਾਤਰਾ ਕਰਨ, ਕਿਤੇ ਵੀ ਗੁਰੂ ਘਰ ਜਾਓ, ਇੱਧਰ ਆਓ, ਕਿਸੇ ਵੀ ਗੁਰੂ ਘਰ ਜਾਓ, ਰਸਤੇ ਵਿੱਚ ਬਾਣੀ ਪੜ੍ਹਦੇ ਆਓ, ਬਾਣੀ ਪੜ੍ਹਦੇ ਜਾਓ। ਜੇ ਇਕੱਲੇ ਹੋ ਤਾਂ ਵੀ ਕੋਸ਼ਿਸ਼ ਕਰੋ ਬਾਣੀ ਪੜ੍ਹੋ, ਬਾਣੀ ਸੁਣੋ। ਜੇ ਜਥੇ ਦੇ ਰੂਪ ਵਿੱਚ ਹੋ ਤਾਂ ਗੁਰੂ ਕੀਆਂ ਬਾਤਾਂ ਕਰਦੇ ਜਾਓ, ਗੁਰੂ ਕੀਆਂ ਬਾਤਾਂ ਕਰਦੇ ਆਓ। ਪਰ ਅਸੀਂ ਰਾਹ ਵਿੱਚ ਜਿਉਂ ਸ਼ੁਰੂ ਹੋਣਾ ਹੁੰਦਾ, ਕਦੀ ਕਿਸੇ ਨੂੰ ਭੰਡਣਾ, ਕਦੀ ਕਿਸੇ ਨੂੰ ਭੰਡਣਾ, ਕਦੀ ਗੇਮਾਂ ਖੇਡਣੀਆਂ, ਕਦੀ ਤਾਸ਼ਾਂ ਖੇਡਣੀਆਂ। ਤੇ ਜੇ ਪੁੱਛੋ ਚੱਲੇ ਕਿੱਥੇ ਹੋ, ਅਸੀਂ ਜੀ ਪਟਨਾ ਸਾਹਿਬ ਦਰਸ਼ਨ ਕਰਨ ਚੱਲੇ। ਆਏ ਕਿੱਥੋਂ? ਅਸੀਂ ਪਟਨਾ ਸਾਹਿਬ ਦਰਸ਼ਨ ਕਰਕੇ ਆਏ ਹਾਂ। ਕਰਦੇ ਕੀ ਪਏ ਜੇ? ਗੇਮ ਖੇਡਦੇ ਪਏ ਹਾਂ, ਤਾਸ਼ ਖੇਡਦੇ ਪਏ ਹਾਂ, ਫਲਾਣੇ ਨੂੰ ਭੰਡਦੇ ਪਏ ਹਾਂ। ਨਹੀਂ, ਇਹ ਗੁਰਸਿੱਖ ਸੰਗਤਾਂ ਦਾ ਸੁਭਾਅ ਹੁੰਦਾ ਸੀ ਪਹਿਲਾਂ, ਕੀਰਤਨ ਕਰਦਿਆਂ ਜਾਣਾ ਤੇ ਕੀਰਤਨ ਕਰਦਿਆਂ ਆਉਂਦੇ ਹਨ। ਚੌ ਦਿਸ ਤੇ ਉਮੜੇ ਨਰ ਨਾਰੀ। ਇਸ ਤਰ੍ਹਾਂ ਚਾਰੇ ਦਿਸ਼ਾਵਾਂ ਤੋਂ ਨਰ ਨਾਰੀ, ਇਸਤਰੀਆਂ, ਪੁਰਖ, ਬੱਚੇ, ਬਜ਼ੁਰਗ ਸਾਰੇ ਜਿਹੜੇ ਹਨ ਆ ਪਹੁੰਚੇ ਹਨ। ਚੱਲ ਪਹੁੰਚੇ ਕਾਬਲ ਕੰਧਾਰੇ। ਇਹ ਕੋਈ ਨਜ਼ਦੀਕ ਦੀਆਂ ਸੰਗਤਾਂ ਨੇ, ਕਾਬਲ ਕੰਧਾਰ ਤੱਕ ਦੀਆਂ ਸੰਗਤਾਂ ਆ ਰਹੀਆਂ ਹਨ। ਖੁਰਾਸਾਨ ਅਰ ਬਲਖ ਬੁਖਾਰਾ। ਕਿੱਥੇ ਖੁਰਾਸਾਨ, ਕਿੱਥੇ ਬਲਖ ਬੁਖਾਰ, ਇਹ ਸਾਰੇ ਉਧਰ ਦੇ ਇਲਾਕੇ ਜਿਹੜੇ ਹਨ, ਲਾਹੌਰ ਪਾਕਿਸਤਾਨ ਵਾਲੇ ਪਾਸੇ, ਇਧਰ ਦੂਰ ਤੱਕ ਦੀਆਂ ਸੰਗਤਾਂ ਆ ਰਹੀਆਂ ਹਨ। ਧੰਨੇ ਖੇਪ ਪਿਸੌਰ ਉਦਾਰਾ। ਕਿੱਥੇ ਪਿਸ਼ੌਰ ਰਹਿ ਗਿਆ, ਫਿਰ ਉਦਾਰ, ਜਿੱਥੋਂ ਦੇ ਲੋਕ ਸੰਗਤਾਂ ਬਹੁਤ ਉਦਾਰ ਹਿਰਦੇ ਵਾਲੇ ਹਨ, ਤਾਂ ਹਜੂਰ ਪਾਤਸ਼ਾਹ ਕੋਲੇ ਸਾਰੇ ਆਉਣ ਰਹੇ ਹਨ। ਹੋਰ ਮੁਲਤਾਨ ਆਦ ਕਸ਼ਮੀਰ। ਭਾਵੇਂ ਕਸ਼ਮੀਰ ਦਾ ਇਲਾਕਾ ਹੈ, ਭਾਵੇਂ ਮੁਲਤਾਨ, ਭਾਵੇਂ ਦੂਰ ਪੈਂਦਾ ਹੈ, ਪਰ ਉੱਥੋਂ ਵੀ ਸੰਗਤਾਂ ਜਿਹੜੀਆਂ ਦੀਪਮਾਲਾ ਤੇ ਪਹੁੰਚ ਰਹੀਆਂ ਹਨ। ਸਭ ਦੇ ਸਨ ਤੇ ਆਏ ਬਹੀਰ। ਸੋ ਇਸ ਤਰ੍ਹਾਂ ਕੋਈ ਇੱਕ ਦੋ ਜਣੇ ਨਹੀਂ, ਵਹੀਰਾਂ ਦੇ ਵਹੀਰ ਜਿਹੜੇ ਹਨ, ਜਥਿਆਂ ਦੇ ਜਥੇ ਜਿਹੜੇ ਹਨ, ਇਹਨਾਂ ਸਾਰੇ ਦੇਸ਼ਾਂ ਤੋਂ ਆ ਰਹੇ ਹਨ। ਠੱਠਾ ਭਖਰਪੁਰ ਗੁਜਰਾਤ। ਇਹ ਗੁਜਰਾਤ ਜੋ ਉਧਰਲੇ ਇਲਾਕੇ ਵਾਲੇ ਹਨ, ਇੱਕ ਗੁਜਰਾਤ ਆਪਣੇ ਪਾਸੇ ਪੈਂਦਾ, ਇੱਕ ਉਧਰਲੇ ਪਾਸੇ ਪੈਂਦਾ, ਇਹ ਸਾਰੇ ਉਧਰ ਦੇ ਨਾਂ ਹਨ। ਠੱਠਾ ਆਦਿਕ ਜਿਹੜੇ ਹਨ, ਇਹਨਾਂ ਸਾਰੀਆਂ ਥਾਵਾਂ ਤੋਂ ਸੰਗਤ ਆ ਰਹੀ ਹੈ। ਦੱਖਣ ਪੂਰਬ ਜਸ ਅਵਦਾਤ। ਇੰਜ ਕਹਿ ਲਓ, ਭਾਵੇਂ ਦੱਖਣ ਹੈ, ਭਾਵੇਂ ਪੂਰਬ ਹੈ, ਪੱਛਮ ਹੈ, ਉੱਤਰ ਹੈ, ਸਾਰੇ ਪਾਸਿਆਂ ਤੋਂ ਸੰਗਤ ਆਉਣ ਲੱਗੀ। ਕਹਿ ਲਗ ਗਿਨਿਆ ਦੇਸ ਵਿਦੇਸ਼। ਕਵੀ ਸਾਹਿਬ ਜੀ ਕਹਿੰਦੇ, ਮੈਂ ਕਿੱਥੋਂ ਤੱਕ ਗਿਣਾ, ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਜਿਹੜੀਆਂ ਪਹੁੰਚ ਰਹੀਆਂ ਹਨ। ਤੇ ਅੱਜ ਵੀ ਆਪਾਂ ਦੇਖਦੇ ਹਾਂ, ਗੁਰੂ ਸਾਹਿਬ ਦੇ ਗੁਰਪੁਰਬ ਹੋਣ, ਕੋਈ ਦਿਹਾੜੇ ਹੋਣ, ਦੇਸ਼ਾਂ ਪ੍ਰਦੇਸ਼ਾਂ ਤੋਂ ਸੰਗਤਾਂ ਜਿਹੜੀਆਂ ਅੱਜ ਵੀ ਬੜੇ ਚਾਅ ਨਾਲ ਪਹੁੰਚਦੀਆਂ। ਭਾਵ ਚਾਅ ਉਦੋਂ ਵੀ ਸੰਗਤਾਂ ਅੰਦਰ ਬੜਾ ਸੀ, ਅੱਜ ਵੀ ਬੜਾ ਹੈ, ਤੇ ਜਿੰਨਾ ਚਿਰ ਸ਼ਾਇਦ ਇਹ ਸੰਸਾਰ ਰਹੇਗਾ ਇਹ ਘਟੇਗਾ ਨਹੀਂ। ਇਹ ਚਾਅ ਇਸੇ ਤਰ੍ਹਾਂ ਗੁਰੂ ਕੇ ਦਰਸ਼ਨਾਂ ਦਾ ਵੱਧਦਾ ਰਹੇਗਾ। ਸੋ ਇਸ ਤਰ੍ਹਾਂ ਸੰਗਤਾਂ ਬਹੁਤ ਗਿਣਤੀ ਵਿੱਚ ਆਉਂਦੀਆਂ ਹਨ। ਸੰਗਤ ਪਹੁੰਚੀ ਆਏ ਵਿਸ਼ੇਸ਼। ਇਸ ਤਰ੍ਹਾਂ ਵਿਸ਼ੇਸ਼ ਰੂਪ ਵਿੱਚ ਸੰਗਤਾਂ ਪਹੁੰਚ ਗਈਆਂ ਹਨ। ਦੀਪ ਮਾਲ ਕੋ ਦਿਨ ਜਬ ਆਇਓ। ਹੁਣ ਜਦੋਂ ਦੀਪਮਾਲਾ ਦਾ ਦਿਨ ਜਿਹੜਾ ਸੀ ਨਾ ਆ ਗਿਆ ਹੈ, ਕਿਉਂਕਿ ਬੜੇ ਦਿਨਾਂ ਤੋਂ ਤਿਆਰੀਆਂ ਚੱਲ ਰਹੀਆਂ ਸਨ, ਹੁਣ ਆਖਰ ਦਿਨ ਸਮਾਂ ਬਿਲਕੁਲ ਜਦੋਂ ਆ ਗਿਆ ਹੈ ਤਾਂ ਕਹਿ ਸਤਿਗੁਰ ਬੜ ਫਰਜ਼ ਕਰਾਇਓ। ਹਜੂਰ ਪਾਤਸ਼ਾਹ ਜੀ ਨੇ ਕੀ ਤਿਆਰੀ ਕੀਤੀ ਹੈ, ਹੁਕਮ ਕਰ ਦਿੱਤਾ, ਸੋਹਣੀ ਫਰਸ਼ ਜਿਹੜੀ ਹੈ ਸੰਗਤਾਂ ਵਾਸਤੇ ਵੀ ਸੋਹਣੀਆਂ ਵਿਛਾਈਆਂ ਕੀਤੀਆਂ ਜਾਣ, ਤੇ ਸਾਡਾ ਵੀ ਸਿੰਘਾਸਨ ਜਿਹੜਾ ਉਹ ਤਿਆਰ ਕੀਤਾ ਜਾਵੇ। ਇੰਜ ਹਜੂਰ ਪਾਤਸ਼ਾਹ ਵਾਸਤੇ ਸੋਹਣੀ ਵਿਛਾਈ ਕਰ ਦਿੱਤੀ ਗਈ ਹੈ। ਨਿਕਸ ਬਹਿਰ ਗੁਰ ਸਭਾ ਲਗਾਏ। ਤੇ ਬਹੁਤ ਵੱਡੀ ਗਿਣਤੀ ਵਿੱਚ ਸਾਰੀਆਂ ਸੰਗਤਾਂ ਜਿਹੜੀਆਂ ਐਨ ਚੌਂਕੜੇ ਮਾਰ ਕੇ ਸਾਵਧਾਨ ਇਕਾਗਰ ਚੀਤ ਹੋ ਕਰਕੇ ਬੈਠੀਆਂ ਨੇ, ਤਾਂ ਹਜੂਰ ਪਾਤਸ਼ਾਹ ਸੋਹਣੇ ਤਖਤ ਦੇ ਉੱਤੇ ਆ ਸੁਭਾਇਮਾਨ ਹੋਏ ਹਨ। ਚਾਵਰ ਟੁਰਤ ਚਾਰੂ ਚਪਲਾਏ। ਤੇ ਸੋਹਣਾ ਚੌਰ ਸਾਹਿਬ, ਸੋਨੇ ਦਾ ਚੌਰ ਸਾਹਿਬ ਜਿਹੜਾ ਹੈ, ਜਿਸ ਦੇ ਕੇਸ ਜਿਹੜੇ ਹਨ ਉਹ ਜਿਵੇਂ ਆਪਾਂ ਕਹਿ ਦਈਏ ਹੰਸ ਦੇ ਕੇਸ ਹੁੰਦੇ, ਐਨ ਹੰਸ ਦੀ ਤਰ੍ਹਾਂ ਸਫੈਦ ਸੋਹਣਾ ਚੌਰ ਸਾਹਿਬ ਹਜੂਰ ਪਾਤਸ਼ਾਹ ਦੇ ਸੀਸ ਤੇ ਝੁਲ ਰਿਹਾ ਹੈ। ਪ੍ਰਾਤ ਸਮੇਤ ਜੋਧ ਅਵਨੀਪ। ਤੇ ਰਾਏ ਜੋਧ ਜਿਹੜਾ ਹੈ, ਬਹੁਤ ਵੱਡੀ ਧਰਤੀ ਦਾ ਮਾਲਕ ਜਿਹੜਾ ਹੈ, ਉਹ ਵੀ ਆਪਣੇ ਭਰਾ ਦੇ ਸਮੇਤ ਹਜੂਰ ਪਾਤਸ਼ਾਹ ਕੋਲ ਬੈਠਾ ਹੈ। ਬੈਠਿਓ ਬੰਧਨ ਠਾਨ ਸਮੀਪ। ਤੇ ਬਿਲਕੁਲ ਹਜੂਰ ਪਾਤਸ਼ਾਹ ਜੀ ਦੇ ਕੋਲ ਨਮਸਕਾਰ ਕਰਕੇ ਬਹਿ ਗਿਆ ਹੈ ਆਪਣੇ ਭਰਾ ਸਮੇਤ। ਕੰਚਨ ਦੰਡ ਧਾਰ ਤਹ ਖਰੇ। ਤੇ ਜਿਹੜੇ ਸੋਹਣੇ ਕੰਚਨ ਦੰਡ ਧਾਰ, ਜਿਨ੍ਹਾਂ ਨੂੰ ਆਪਾਂ ਕਈ ਵਾਰ ਕਹਿੰਦੇ ਨੇ ਬਰਛਾ ਫੜਨ ਵਾਲੇ, ਪੁਰਾਣੇ ਚੋਬਦਾਰ ਹੁੰਦੇ ਸੀ, ਉਹ ਹੱਥ ਵਿੱਚ ਸੋਨੇ ਦੀਆਂ ਚਾਂਦੀ ਦੀਆਂ ਛੜੀਆਂ ਫੜ ਕੇ ਹਜੂਰ ਦੇ ਦਰਵਾਜ਼ੇ ਤੇ ਖੜਿਆ ਕਰਦੇ ਸਨ। ਸੋ ਉਹ ਜਿਹੜੇ ਹਨ ਖੜੇ ਹੋਏ ਹਨ, ਇਹ ਸਾਵਧਾਨ ਹੋ ਕੇ। ਪਾਟ ਨਕੀਬ ਗੁਰੂ ਜਸ ਕਰੇ। ਤੇ ਗੁਰੂ ਕਾ ਜਸ ਕਰਨ ਵਾਲੇ ਜਿਹੜੇ ਢਾਡੀ ਸਿੰਘ ਹਨ,
ਉਹ ਸਾਰੇ ਜਿਹੜੇ ਹਨ ਗੁਰੂ ਕਾ ਜਸ ਕਰ ਰਹੇ ਹਨ। ਸਗਲ ਦੇਸ਼ ਤੇ ਸੰਗਤ ਆਏ। ਇਸ ਤਰ੍ਹਾਂ ਸਾਰੇ ਦੇਸ਼ ਤੋਂ ਸਾਰੀਆਂ ਦਿਸ਼ਾਵਾਂ ਤੋਂ ਸੰਗਤਾਂ ਆ ਰਹੀਆਂ ਹਨ। ਅਨਕ ਉਪਾਇਨ ਅਦਭੁਤ ਲਿਆਏ। ਤੇ ਸਾਰੇ ਅਨੇਕਾਂ ਭੇਟਾਵਾਂ ਲਿਆਉਂਦੇ ਨੇ, ਪਰ ਨਾਲ ਇੱਕ ਸ਼ਬਦ ਆਇਆ ਅਦਭੁਤ ਲਿਆਏ। ਕਈ ਐਸੀਆਂ ਭੇਟਾਵਾਂ ਲੈ ਕੇ ਆਉਂਦੇ ਨੇ ਜਿਹੜੀਆਂ ਸ਼ਾਇਦ ਸਾਡੇ ਵਰਗਿਆਂ ਨੇ ਜ਼ਿੰਦਗੀ 'ਚ ਕਦੀ ਵੇਖੀਆਂ ਹੀ ਨਹੀਂ ਹੁੰਦੀਆਂ। ਸੋ ਹਰ ਕੋਈ ਸਿੱਖ ਜਿਹੜਾ ਆਪਣੇ ਇਲਾਕੇ ਦੀ ਜਿਹੜੀ ਕੋਈ ਇਸ ਤਰ੍ਹਾਂ ਦੀ ਚੀਜ਼ ਜੋ ਦੁਨੀਆ ਵਿੱਚ ਨਹੀਂ ਮਿਲਦੀ ਕਿਸੇ ਹੋਰ ਥਾਂ ਤੇ, ਉਹ ਸਾਰੇ ਆਪੋ ਆਪਣੇ ਇਲਾਕਿਆਂ 'ਚੋਂ ਲਿਆ ਰਹੇ ਹਨ। ਖਰੋ ਮੇਵ ਰੋਹਿਤ ਅਰਦਾਸ। ਤੇ ਜਿਹੜੇ ਅਰਦਾਸੀਏ ਹਨ ਗੁਰੂ ਕੇ, ਜਿਨ੍ਹਾਂ ਨੂੰ ਮੇਵੜੇ ਸ਼ਬਦ ਵਰਤਿਆ ਜਾਂਦਾ ਹੈ, ਉਹ ਗੁਰੂ ਸਾਹਿਬ ਦੇ ਕੋਲ ਅਰਦਾਸਾਂ ਕਰਨ ਵਾਸਤੇ ਖੜੇ ਹੋਏ ਹਨ। ਲੇਤ ਅਕੋਰਨ ਅਰਪਤ ਪਾਸ। ਤੇ ਜਦੋਂ ਕੋਈ ਵੀ ਸੰਗਤ ਜਿਹੜੀ ਹੈ ਉਹ ਭੇਟਾ ਲਿਆਉਂਦੀ ਹੈ ਤਾਂ ਉਹ ਮੇਵੜੇ ਨੂੰ ਭੇਟਾ ਜਿਹੜੀ ਉਹ ਫੜਾਉਂਦੇ ਨੇ, ਉਹ ਫਿਰ ਗੁਰੂ ਸਾਹਿਬ ਜੀ ਦੇ ਕੋਲ ਰੱਖ ਕੇ ਤੇ ਸੰਗਤ ਦੀ ਅਰਦਾਸ ਜਿਹੜੀ ਆ ਉਹ ਕਰਦੇ ਹਨ। ਦੇਖੋ ਕਈ ਵਾਰ ਹੁਣ ਇਹ ਵੀ ਸ਼ੰਕੇ ਕਰਦੇ ਵੀ ਅਰਦਾਸ ਆਪ ਹੀ ਕਰ ਲਓ। ਆਪਣੀ ਅਰਦਾਸ ਆਪ ਜ਼ਰੂਰ ਕਰੋ, ਇਸ ਤੋਂ ਅਸੀਂ ਕਦੀ ਮਨਾ ਨਹੀਂ ਕਰਦੇ, ਪਰ ਕੋਸ਼ਿਸ਼ ਕਰੋ। ਅਸੀਂ ਇਹ ਨਹੀਂ ਕੋਈ ਆਪਣਾ ਪ੍ਰਚਾਰ ਕਰਦੇ ਹਾਂ, ਕੋਈ ਹਰ ਬੰਦਾ ਜਿਹੜਾ ਉਹਦੀ ਸੋਚ ਅਲੱਗ ਹੁੰਦੀ ਹੈ, ਪਰ ਇਹ ਜ਼ਰੂਰ ਹੈ ਕਿੰਨਾ ਵੀ ਮਨੁੱਖ ਪੜ੍ਹਿਆ ਹੋਵੇ, ਪਰ ਜੇ ਉਹਨੇ ਕਿਤੇ ਕੋਰਟ ਕਚਹਿਰੀ 'ਚ ਕੇਸ ਲਾਉਣਾ, ਉਹਨੂੰ ਵਕੀਲ ਜ਼ਰੂਰ ਕਰਨਾ ਪੈਂਦਾ ਹੁੰਦਾ। ਸੋ ਇਸ ਤਰ੍ਹਾਂ ਕਿੰਨਾ ਵੀ ਉੱਚਾ ਜੀਵਨ ਹੋਵੇ, ਗੁਰੂ ਕਿਰਪਾ ਕਰੇ ਸਭ ਦੇ ਉੱਚੇ ਸੁੱਚੇ ਜੀਵਨ ਹੋਣ, ਪਰ ਜਦੋਂ ਗੁਰੂ ਤੱਕ ਅਰਦਾਸ ਕਰਨ ਦੀ ਬਾਤ ਆਉਂਦੀ, ਉਦੋਂ ਆਪ ਵੀ ਤਰਲਾ ਲਓ ਤੇ ਜਿਹੜਾ ਗੁਰੂ ਕਾ ਕੋਈ ਮੇਵੜਾ ਹੈ ਉਹਦੇ ਅੱਗੇ ਵੀ ਤਰਲਾ ਲਓ ਕਿ ਤੂੰ ਸਾਡੀ ਬਾਤ ਜਿਹੜੀ ਗੁਰੂ ਤੱਕ ਪਹੁੰਚਾ ਦੇ। ਸੋ ਇਸ ਤਰ੍ਹਾਂ ਮੇਵੜੇ ਜਿਹੜੇ ਹਨ, ਜੇ ਉਦੋਂ ਸੰਗਤਾਂ ਆਉਂਦੀਆਂ ਸੀ ਕਿ ਉਹਨਾਂ ਦੇ ਜੀਵਨ ਨਹੀਂ ਸੀ, ਉਹ ਵੀ ਬੜੀ ਚੜ੍ਹਦੀ ਕਲਾ ਵਾਲੇ ਸੀ, ਪਰ ਉਹ ਹਮੇਸ਼ਾ ਗੁਰੂ ਕੋਲ ਆ ਕੇ ਉਹਨਾਂ ਨੇ ਮੇਵੜੇ ਨੂੰ ਭੇਟਾ ਦੇਣੀ, ਉਹਨੇ ਗੁਰੂ ਤੱਕ ਪਹੁੰਚਾਉਣੀ ਤੇ ਫਿਰ ਸਾਰਿਆਂ ਦੀ ਅਰਦਾਸ ਕਰਨੀ। ਦਰਬ ਬਿਭੂਖਨ ਬਸਤਰ ਅਜਾਇਬ। ਤੇ ਜਿਸ ਭੇਟਾਵਾਂ ਦੇ ਵਿੱਚ ਸੋਹਣੇ ਸੋਨੇ ਦੇ ਬੇਭੂਖਣ ਆਦਿਕ, ਫਿਰ ਧਨ, ਫਿਰ ਵਸਤਰ ਆਦਿਕ ਜਿਹੜੇ ਸੰਗਤਾਂ ਲੈ ਕੇ ਆਉਂਦੀਆਂ ਹਨ। ਉਚਿਤ ਪਹਿਰ ਬੇ ਸਤਿਗੁਰ ਸਾਹਿਬ। ਜੋ ਸਤਿਗੁਰੂ ਪਾਤਸ਼ਾਹ ਜੀ ਦੇ ਪਹਿਨਣ ਵਾਸਤੇ ਬਹੁਤ ਉਚਿਤ ਹਨ। ਸੰਗਤਾਂ ਜਿਹੜੀਆਂ ਨੇ ਐਨ ਇੱਕ ਇੱਕ ਚੀਜ਼ ਜਿਹੜੀ ਹੈ ਕਈ ਥਾਵਾਂ ਤੋਂ ਟੋਲ ਕੇ ਛਾਂਟ ਕੇ ਲੈ ਕੇ ਆਉਂਦੀ ਹੈ ਕਿ ਗੁਰੂ ਸਾਹਿਬ ਜੀ ਨੇ ਇਸ ਚੀਜ਼ ਨੂੰ ਪਹਿਨਣਾ ਹੈ। ਸੋ ਗੁਰੂ ਸਾਹਿਬ ਸੰਗਤਾਂ ਦੀਆਂ ਭੇਟਾਵਾਂ ਨੂੰ ਵਰਤਦੇ ਵੀ ਹਨ। ਭੇਟਨ ਕੇ ਅੰਬਾਰ ਅਗਾਰੇ। ਇਸ ਤਰ੍ਹਾਂ ਗੁਰੂ ਸਾਹਿਬ ਜੀ ਦੇ ਅੱਗੇ ਭੇਟਾਵਾਂ ਦੇ ਅੰਬਾਰ ਲੱਗ ਜਾਂਦੇ ਹਨ। ਲਗੇ ਸਕਲ ਵਸਤੂ ਮੁੱਲ ਭਾਰੇ। ਤੇ ਭਾਰੀ ਮੁੱਲ ਦੀਆਂ ਵਸਤੂਆਂ ਜਿਹੜੀਆਂ ਹਨ ਉਹ ਸੰਗਤਾਂ ਗੁਰੂ ਸਾਹਿਬ ਅੱਗੇ ਲਿਆ ਰੱਖਦੀਆਂ ਹਨ। ਸੁੰਦਰ ਪਰਮਾਨੰਦ ਟਿਗਹੇਰੇ। ਬਾਬਾ ਸੁੰਦਰ ਜੀ, ਬਾਬਾ ਪਰਮਾਨੰਦ ਜੀ, ਇਹ ਸਾਰੇ ਕਮਾਈ ਵਾਲੇ ਸਰੀਰ ਜਿਹੜੇ ਹਨ, ਇਹ ਗੁਰੂ ਸਾਹਿਬ ਜੀ ਦੇ ਕੋਲ ਬੈਠੇ ਸਾਰਾ ਅਦਭੁਤ ਦ੍ਰਿਸ਼ ਨਜ਼ਾਰਾ ਦੇਖ ਰਹੇ ਹਨ। ਚਿਤਵਤ ਵਧਿਓ ਪ੍ਰਤਾਪ ਵਧੇਰੇ। ਤੇ ਮਨ ਵਿੱਚ ਚਿਤਵਦੇ ਨੇ ਕਿ ਗੁਰੂ ਸਾਹਿਬ ਜੀ ਦਾ ਪ੍ਰਤਾਪ ਜਿਹੜਾ ਦਿਨ ਪ੍ਰਤੀ ਦਿਨ ਬਹੁਤ ਵੱਧ ਰਿਹਾ ਹੈ। ਪੀਰੀ ਮੀਰੀ ਜੁਗਲ ਵਿਸਾਲਾ। ਤੇ ਗੁਰੂ ਸਾਹਿਬ ਜੀ ਨੇ ਦੋ ਤਲਵਾਰਾਂ ਜਿਹੜੀਆਂ ਹਨ, ਮੀਰੀ ਤੇ ਪੀਰੀ ਦੀਆਂ, ਦੋਵੇਂ ਧਾਰਨ ਕੀਤੀਆਂ ਹਨ। ਵਰਤੀ ਭਲੇ ਰਿਪੁਨ ਘਰ ਕਾਲਾ। ਤੇ ਬਾਤਾਂ ਕਰਦੇ ਨੇ ਆਪਸ ਵਿੱਚ, ਕਹਿੰਦੇ ਗੁਰੂ ਸਾਹਿਬ ਨੇ ਬਹੁਤ ਭਲੇ ਤਰੀਕੇ ਨਾਲ ਇਹ ਮੀਰੀ ਦੀ ਤਲਵਾਰ ਜਿਹੜੀ ਇਹ ਵਰਤੀ ਹੈ, ਤੇ ਜਿਹੜੇ ਰਿਪੁਣ, ਜਿਹੜੇ ਦੋਖੀ ਲੋਕ, ਨਿੰਦਕ ਲੋਕ ਜਿਹੜੇ ਸਨ, ਪੈਂਦੇ ਖਾਂ, ਕਾਲੇ ਖਾਂ ਵਰਗੇ ਜਿਹੜੇ ਸਨ, ਉਹਨਾਂ ਦੋਖੀਆਂ ਦਾ ਨਾਸ਼ ਕਰ ਦਿੱਤਾ ਹੈ। ਸ੍ਰੀ ਅਰਜਨ ਸੁਤ ਜੋਧਾ ਬਲੇ। ਤੇ ਬਾਤਾਂ ਕਰਦੇ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸੁਪੁੱਤਰ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਬੜੇ ਮਹਾਨ ਯੋਧੇ ਸਤਿਗੁਰੂ ਹਨ। ਜਗ ਬਿਸ ਤੀਰਤ ਕੀਰਤ ਭਲੇ। ਜਿਨ੍ਹਾਂ ਦੀ ਕੀਰਤੀ ਜਸ ਜਿਹੜਾ ਉਹ ਸਾਰੇ ਸੰਸਾਰ ਦੇ ਵਿੱਚ ਫੈਲਿਆ ਹੈ। ਇਮ ਸਾਹਿਬ ਜਾਦੇ ਚਹੁ ਘਰ ਕੇ। ਇਸ ਤਰ੍ਹਾਂ ਚੌਹਾਂ ਘਰਾਂ ਦੇ ਸਾਹਿਬਜ਼ਾਦੇ, ਪਾਵ ਬੇਦੀ, ਤੇਹਣ, ਭੱਲੇ, ਸੋਢੀ, ਸਾਰੇ ਸਾਹਿਬਜ਼ਾਦੇ ਜਿਹੜੇ ਹਨ, ਗੁਰੂ ਪਰਿਵਾਰਾਂ ਦੇ ਵਿੱਚੋਂ ਆਏ ਹੋਏ ਜਿਹੜੇ ਹਨ, ਉਹ ਸਾਰੇ ਗੁਰੂ ਸਾਹਿਬ ਦੀ ਉਸਤਤ ਕਰ ਰਹੇ ਹਨ। ਕਰੈ ਵਿਚਾਰਨ ਗੁਣ ਸਤਿਗੁਰ ਕੇ। ਤੇ ਸਤਿਗੁਰੂ ਪਾਤਸ਼ਾਹ ਜੀ ਦੇ ਗੁਣ ਆਪਸ ਵਿੱਚ ਬਹਿ ਕਰਕੇ ਵਿਚਾਰ ਕਰਦੇ ਹਨ। ਚੌਹ ਦਿਸ ਮਹਿ ਦਰਸੈ ਨਰ ਨਾਰੀ। ਇਸ ਤਰ੍ਹਾਂ ਚਾਰੇ ਦਿਸ਼ਾਵਾਂ ਤੋਂ ਸੰਗਤਾਂ ਦਰਬਾਰ ਸਾਹਿਬ ਦੇ ਵਿੱਚ ਪਹੁੰਚਦੀਆਂ ਤੇ ਗੁਰੂ ਕੇ ਦੀਦਾਰ ਕਰਦੀਆਂ ਹਨ। ਕਰ ਜੋਰਤ ਅਰ ਬੰਧਨ ਧਾਰੇ। ਤੇ ਹਰ ਕੋਈ ਸਰੀਰ ਜਿਹੜਾ ਹੈ ਉਹ ਹੱਥ ਜੋੜ ਕੇ
ਹਜੂਰ ਪਾਤਸ਼ਾਹ ਦੇ ਚਰਨਾਂ ਵਿੱਚ ਬੰਦਨਾ ਕਰ ਰਿਹਾ ਹੈ। ਮਨੋ ਕਾਮਨਾ ਸਭ ਹਨ ਕੇਰੇ। ਤੇ ਸਤਿਗੁਰੂ ਪਾਤਸ਼ਾਹ ਜੀ ਕਿਸੇ ਨੂੰ ਖਾਲੀ ਨਹੀਂ ਮੋੜਦੇ, ਸਾਰੀਆਂ ਦੀਆਂ ਮਨੋ ਕਾਮਨਾ ਜਿਹੜੀਆਂ ਉਹ ਪੂਰੀਆਂ ਕਰ ਰਹੇ ਹਨ। ਅੰਤਰ ਜਾਮੇ ਪੁਰਹ ਕਨੇਰੇ। ਤੇ ਸਤਿਗੁਰੂ ਅੰਤਰਜਾਮੀ ਹਨ। ਕਈ ਵਾਰ ਸਾਡੇ ਕੋਲ ਸਮਾਂ ਨਹੀਂ ਹੁੰਦਾ ਆਪਾਂ ਅਗਾਂਹ ਹੋ ਕੇ ਨਮਸਕਾਰ ਕਰ ਲਈਏ ਜਾਂ ਕੋਈ ਅਰਦਾਸ ਕਰਵਾ ਲਈਏ, ਪਰ ਜਿੱਥੇ ਵੀ ਕੋਈ ਗੁਰੂ ਕੇ ਦੀਦਾਰ, ਕੋਈ ਦੂਰ ਪਿੱਛੇ ਬੈਠਾ ਵੀ ਦੀਦਾਰ ਕਰਕੇ ਜੇ ਅਰਦਾਸ ਕਰਦਾ ਸੀ ਤਾਂ ਅੰਤਰਜਾਮੀ ਹਜੂਰ ਪਾਤਸ਼ਾਹ ਉਹਦੀ ਉੱਥੇ ਬੈਠੇ ਦੀ ਕਾਮਨਾ ਹੀ ਪੂਰੀ ਕਰ ਦਿੰਦੇ ਹਨ। ਸੁਤ ਬਿਤ ਆਦ ਚਾਹ ਜੇ ਆਏ। ਕੋਈ ਵੀ ਭਾਵੇਂ ਕੋਈ ਪੁੱਤਰ ਦੀ, ਭਾਵੇਂ ਕੋਈ ਧਨ ਦੀ ਜਾਂ ਸੰਸਾਰ ਦੀ ਕੋਈ ਵੀ ਕਾਮਨਾ ਲੈ ਕਰਕੇ, ਕੋਈ ਵੀ ਚਾਹ ਇੱਛਾ ਲੈ ਕਰਕੇ ਆਇਆ ਹੈ। ਕਰ ਬੰਧਨ ਪਾਏ ਸਮੁਦਾਏ। ਜੋ ਵੀ ਹਜੂਰ ਪਾਤਸ਼ਾਹ ਜੀ ਦੇ ਦੀਦਾਰ ਕਰਦਾ ਹੈ, ਨਮਸਕਾਰ ਕਰਦਾ ਹੈ, ਸਮੁਦਾਇ ਸਮੂਹ ਰੂਪ ਅੰਦਰ ਇਹ ਸਾਰੀਆਂ ਬਖਸ਼ਿਸ਼ਾਂ ਪ੍ਰਾਪਤ ਕਰ ਲੈਂਦਾ ਹੈ। ਏਮ ਪਰ ਬਿਰਤ ਕੋ ਪੂਰਹ ਕਾਮ। ਇਸ ਤਰ੍ਹਾਂ ਇਹ ਜਿਹੜੇ ਪ੍ਰਵਿਰਤੀ ਦੇ ਕੰਮ ਹਨ ਨਾ, ਜੋ ਸਾਡੇ ਤੁਹਾਡੇ ਜੀਵਾਂ ਦੇ ਪ੍ਰਵਿਰਤੀ ਦੇ ਕੰਮ ਨੇ, ਪ੍ਰਾਕਿਰਤਿਕ ਤੌਰ ਤੇ ਅਸੀਂ ਜੁੜੇ ਹਾਂ ਸਮਾਜ ਦੇ ਨਾਲ, ਤਾਂ ਗੁਰੂ ਸਾਹਿਬ ਇਹ ਸਾਰਿਆਂ ਦੇ ਜੋ ਸੰਸਾਰੀ ਕਾਰਜ ਹਨ, ਸੰਸਾਰੀ ਕਾਮਨਾ ਹਨ, ਇਹ ਸਾਰੀਆਂ ਪੂਰੀਆਂ ਕਰ ਰਹੇ ਹਨ। ਅਹ ਸੰਤ ਜਿਨ ਚਿਤ ਨਿਸਕਾਮ। ਤੇ ਇੱਕ ਉਹ ਵੀ ਹਨ ਜਿਹੜੇ ਨਿਸ਼ਕਾਮ ਭਾਵਨਾ ਵਾਲੇ ਹਨ, ਸੰਤ ਬਿਰਤੀ ਵਾਲੇ ਹਨ, ਜਿਨ੍ਹਾਂ ਨੂੰ ਸੰਸਾਰ ਦਾ ਕੋਈ ਪਦਾਰਥ ਨਹੀਂ ਚਾਹੀਦਾ। ਸਿੱਖੀ ਬਗਸਹਿ ਭਗਤ ਉਪਾਵੈ। ਬਸ ਉਹੀ ਕਹਿੰਦੇ ਨੇ ਸਤਿਗੁਰੂ ਪਾਤਸ਼ਾਹ ਕਿਰਪਾ ਕਰ, ਆ ਸੰਸਾਰ ਤੇ ਨਾਸ਼ਵਾਨ ਪਦਾਰਥ, ਧੀਆਂ ਪੁੱਤਰ ਪਰਿਵਾਰ ਸਭ ਇੱਕ ਦਿਨ ਛੁੱਟ ਜਾਣਾ ਹੈ, ਜੇ ਤੂੰ ਦੇਣੀ ਹੈ ਤੇ ਸਾਨੂੰ ਸਿੱਖੀ ਦੀ ਦਾਤ ਦੇ। ਤਾਂ ਇਸ ਤਰ੍ਹਾਂ ਜਿਹੜੇ ਨਿਸ਼ਕਾਮ ਭਾਵਨਾ ਵਾਲੇ ਹਨ, ਜਿਹੜੇ ਸੰਸਾਰ ਦਾ ਕੁਝ ਮੰਗਦੇ ਹੀ ਨਹੀਂ ਪਏ, ਹਜੂਰ ਪਾਤਸ਼ਾਹ ਉਹਨਾਂ ਨੂੰ ਦਰੋਂ ਕਰੋ ਗੁਰਸਿੱਖੀ ਦੀ ਦਾਤ ਦਿੰਦੇ ਹਨ। ਆਤਮ ਗਿਆਨ ਸੋ ਰਸ ਕੋ ਪਾਵੈ। ਤੇ ਜਿਹੜੇ ਹੁਣ ਸੰਸਾਰ ਲੈ ਲੈਂਦੇ ਨੇ ਉਹ ਸੰਸਾਰ ਦੇ ਰਸਾਂ 'ਚ ਖੁੱਭ ਜਾਂਦੇ ਨੇ, ਤੇ ਤਾਂ ਕੋਈ ਦੋ ਰਾਏ ਨਹੀਂ ਹੈ। ਤੇ ਜਿਹੜੇ ਸਿੱਖੀ ਲੈ ਲੈਂਦੇ ਨੇ ਉਹ ਫਿਰ ਆਤਮ ਗਿਆਨ ਪ੍ਰਾਪਤ ਕਰਦੇ ਨੇ, ਤੇ ਜਿਹੜੇ ਆਤਮ ਗਿਆਨ ਪ੍ਰਾਪਤ ਕਰਦੇ ਨੇ ਉਹ ਫਿਰ ਆਤਮਿਕ ਰਸ ਨੂੰ ਪ੍ਰਾਪਤ ਕਰ ਲੈਂਦੇ ਨੇ, ਜਿਹਨੂੰ ਗੁਰੂ ਬਾਣੀ ਅੰਦਰ ਜਦੋਂ ਬਚਨ ਪੜ੍ਹਦੇ, ਇਹ ਰਸ ਛਾਡੇ ਉਹ ਰਸ ਆਵਾ, ਉਹ ਰਸ ਪੀਆ ਇਹ ਰਸ ਨਹੀਂ ਭਾਵਾ। ਉਹਨਾਂ ਨੂੰ ਸੰਸਾਰ ਦੇ ਰਸ ਫਿਰ ਪਾਉਂਦੇ ਨਹੀਂ, ਉਹਨਾਂ ਨੂੰ ਆਤਮਿਕ ਰਸ ਜਿਹੜਾ ਪ੍ਰਾਪਤ ਹੋ ਜਾਂਦਾ ਹੈ। ਸਭਾ ਮਜ਼ਾਰ ਹਜ਼ਾਰੋ ਥੇਰੇ। ਇਸ ਤਰ੍ਹਾਂ ਗੁਰੂ ਸੰਗਤ ਦੀਵਾਨ ਅੰਦਰ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਜੁੜ ਮਿਲ ਬੈਠਦੀਆਂ ਹਨ। ਚੌ ਦਿਸ ਮਹਿ ਸਮੂਹ ਨਰ ਖਰੇ। ਤੇ ਚਾਰੇ ਪਾਸੇ ਗੁਰੂ ਕੇ ਪਹਿਰੇਦਾਰ ਸਿੱਖ ਜਿਹੜੇ ਹਨ ਉਹ ਵੀ ਖੜੇ ਰਹਿੰਦੇ ਹਨ। ਵਿਖਾ ਸਰੂਪ ਹੋਏ ਬਲਿਹਾਰੇ। ਤੇ ਜੋ ਵੀ ਗੁਰੂ ਕੇ ਸਰੂਪ ਦੇ ਦੀਦਾਰ ਕਰਦਾ ਹੈ ਨਾ, ਬਸ ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ। ਗੁਰੂ ਕੇ ਦੀਦਾਰ ਜਿਹੜੇ ਪਹਿਲੀ ਵਾਰ ਕਰਦੇ ਨੇ ਨਾ, ਆਪ ਮੁਹਾਰੇ ਉਹਨਾਂ ਦੀ ਰਸਨਾ ਕਹਿੰਦੀ, ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹ ਕਬ ਸੀਠ। ਹਜੂਰ ਪਾਤਸ਼ਾਹ ਦੇ ਦੀਦਾਰ ਜਿਹੜੇ ਵੀ ਕਰ ਰਹੇ ਸੀ ਨਾ ਉਸ ਵਕਤ, ਜਾਂ ਅੱਜ ਵੀ ਜਿਹੜੇ ਕਰਦੇ ਨੇ, ਬਸ ਐਨ ਜਿਵੇਂ ਚੰਦ ਨੂੰ ਚਕੋਰ ਵੇਂਦੀ ਹੈ, ਇਸ ਤਰ੍ਹਾਂ ਇੱਕ ਟਿਕ ਲਗਾ ਕੇ ਹਜੂਰ ਪਾਤਸ਼ਾਹ ਵੱਲ ਦੇਖੀ ਜਾਂਦੇ ਹਨ। ਤੀਰਗ ਦਰਸ਼ਨ ਦੁਖਨ ਬਿਦਾਰੇ। ਕਿਉਂਕਿ ਸਤਿਗੁਰਾਂ ਦੇ ਦਰਸ਼ਨ ਜਿਹੜੇ ਹਨ ਨਾ ਉਹ ਦੁਖਨ ਬਿਦਾਰੇ। ਮੈਂ ਕਈ ਵਾਰ ਕਹਿੰਦਾ, ਭਾਵੇਂ ਅਸੀਂ ਕੁਝ ਮੰਗੀਏ ਨਾ ਮੰਗੀਏ, ਕੁਝ ਆਉਂਦਾ ਨਹੀਂ ਆਉਂਦਾ, ਬਸ ਤੁਸੀਂ ਭਾਵਨਾ ਨਾਲ ਇੱਕ ਟਿਕ ਲਗਾ ਕੇ ਗੁਰੂ ਸਾਹਿਬ ਦੇ ਦੀਦਾਰ ਕਰਦੇ ਰਿਹਾ ਕਰੋ। ਬਸ ਇਹਨਾਂ ਦੀਦਾਰਾਂ ਨੇ ਤੁਹਾਡੇ ਦੁੱਖ ਜਿਹੜੇ ਹਨ ਉਹ ਨਾਸ਼ ਕਰ ਦੇਣੇ ਹਨ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਮੁਖ ਮਸੰਦ ਕੀ ਦੋ ਸਿੱਖ ਆਏ। ਜਿਹੜੇ ਹੁਣ ਮੁਖੀ ਮਸੰਦ ਹਨ ਜਾਂ ਹੋਰ ਮੁਖੀ ਸਿੱਖ ਜਿਹੜੇ ਹਨ ਉਹ ਵੀ ਫਿਰ ਸਾਰੇ ਜਿਹੜੇ ਆਏ ਹੋਏ ਹਨ। ਗੁਰ ਸੁਤ ਹਿਤ ਕੀ ਬਾਤ ਚਲਾਏ। ਉਹ ਵੀ ਫਿਰ ਗੁਰੂ ਪੁੱਤਰ ਦੀ, ਬਾਬਾ ਗੁਰਦਿੱਤਾ ਸਾਹਿਬ ਜੀ ਦੀ ਬਾਤ ਜਿਹੜੀ ਹਨ ਸਮੇਂ ਨਾਲ ਕਰਦੇ ਹਨ। ਹਰ ਪੈ ਹਾਥ ਜੋਰ ਦਸਤਾਰ। ਤੇ ਫਿਰ ਜਿਹੜੇ ਬਾਅਦ ਵਿੱਚ ਆਏ ਨੇ, ਜੋ ਉਸ ਵਕਤ ਨਹੀਂ ਸੀ ਆ ਸਕੇ, ਉਹ ਫਿਰ ਆਪਣੇ ਵੱਲੋਂ ਦਸਤਾਰਾਂ ਭੇਟ ਕਰਦੇ ਹਨ। ਉਪਰ ਧਰ ਧਰ ਦਰਬ ਉਦਾਰ। ਤੇ ਦਸਤਾਰ ਦੇ ਉੱਤੇ ਯਥਾ ਸ਼ਕਤ ਜਿੰਨੇ ਕਿਸੇ ਦੀ ਸਮਰੱਥਾ ਹੈ ਉਹ ਮਾਇਆ ਧਨ ਰੱਖ ਕੇ ਨਮਸਕਾਰ ਕਰਦਾ ਹੈ। ਸਤਿਗੁਰ ਨਿਕਟ ਬਿਠਾਏ ਪੋਤਾ। ਤੇ ਹਜੂਰ ਪਾਤਸ਼ਾਹ ਜੀ ਨੇ ਆਪਣੇ ਕੋਲ ਨਾ ਆਪਣੇ ਪੋਤਰੇ ਧੰਨ ਸਤਿਗੁਰੂ ਗੁਰੂ ਹਰ ਰਾਏ ਸਾਹਿਬ ਜੀ ਨੂੰ ਬਿਠਾਇਆ ਹੈ। ਆਤਮ ਗਿਆਨ ਮਹਾਨ ਜੇ ਪੋਤਾ। ਜੋ ਆਤਮ ਗਿਆਨ ਦੇ ਵਿੱਚ ਬਹੁਤ ਮਹਾਨ ਹਨ ਅਤੇ ਮਹਾਨ ਜੇ ਪੋਤਾ।
ਭਾਵ ਆਤਮ ਗਿਆਨ ਦੇ ਜਹਾਜ਼ ਹਨ ਇਸ ਕਲਯੁਗ ਦੇ ਸਮੇਂ ਅੰਦਰ। ਬਹੁ ਆਦਰ ਤੇ ਕਰੈ ਸਨੇਹੂ। ਹਜੂਰ ਪਾਤਸ਼ਾਹ ਬੜਾ ਆਦਰ ਕਰਦੇ ਨੇ ਸ਼੍ਰੀ ਹਰਿ ਰਾਏ ਸਾਹਿਬ ਜੀ ਦਾ, ਪੋਤਰੇ ਨੇ ਸਤਿਗੁਰੂ ਪਾਤਸ਼ਾਹ ਜੀ ਦੇ, ਪਰ ਆਦਰ ਕਰਨ ਦਾ ਇੱਕ ਹੋਰ ਵੀ ਕਾਰਨ ਹੈ, ਬੜਾ ਸਨੇਹ ਕਰਦੇ ਹਨ। ਜਾਣਹਿ ਹਮ ਪਾਛੈ ਗੁਰ ਏਹੋ। ਕਿਉਂਕਿ ਹਜੂਰ ਪਾਤਸ਼ਾਹ ਜਾਣਦੇ ਨੇ ਸਾਡੇ ਤੋਂ ਬਾਅਦ ਜਿਹੜਾ ਸਮਾਂ ਆਉਣਾ ਹੈ, ਇਸ ਚਵਰ ਛਤਰ ਤਖਤ ਦੇ ਮਾਲਕ ਜਿਹੜਾ ਹੈ ਉਹ ਇਹਨਾਂ ਨੇ ਬਣਨਾ ਹੈ। ਅਜਰ ਜਰਨ ਆਦਿਕ ਗੁਣ ਭਾਰੇ। ਇਹ ਕਿਉਂ ਬਣਨਾ ਹੈ? ਇਹ ਗੁਰੂ ਨੂੰ ਪਤਾ ਹੈ ਕਿ ਇਹਨਾਂ ਦੇ ਅੰਦਰ ਅਜਰ ਨੂੰ ਜਰ ਜਾਣ ਦਾ ਬਹੁਤ ਭਾਰੀ ਗੁਣ ਹੈ। ਕਿਉਂਕਿ ਅਜਰ ਨੂੰ ਜਰਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਜੋ ਬਖਸ਼ਿਸ਼ਾਂ ਗੁਰੂ ਸਾਹਿਬ ਨੇ ਦੇਣੀਆਂ ਨੇ, ਗੁਰਤਾ ਗੱਦੀ ਤੇ ਬਿਠਾ ਕੇ ਜੋ ਫੌਜਾਂ ਦੇਣੀਆਂ, ਜੋ 2200 ਘੋੜਸਵਾਰ ਦੇਣਾ, ਜੋ ਬੇਅੰਤ ਸ਼ਕਤੀਆਂ ਦੇਣੀਆਂ ਨੇ, ਉਹਨਾਂ ਨੂੰ ਆਪਣੇ ਜੀਵਨ ਵਿੱਚ ਅਜਰ ਨੂੰ ਜਰ ਕੇ ਰੱਖਣਾ, ਇਹ ਸਮਰੱਥਾ ਕੇਵਲ ਇਹਨਾਂ ਅੰਦਰ ਹੈ। ਜਿਨ ਮਹਿ ਲਖੀਅਤ ਹੈ ਸੁਭ ਸਾਰੇ। ਜਿਨ੍ਹਾਂ ਦੇ ਅੰਦਰ ਇਹ ਸਾਰੇ ਸ਼ੁਭ ਗੁਣ ਜਿਹੜੇ ਹਨ ਉਹ ਭਲੀ ਪ੍ਰਕਾਰ ਦਿਖਾਈ ਦੇ ਰਹੇ ਹਨ। ਨਿਕਟ ਸੁਹਾਵਤ ਹੇਰਤ ਬ੍ਰਿੰਦ। ਇਸ ਤਰ੍ਹਾਂ ਹਜੂਰ ਪਾਤਸ਼ਾਹ ਆਪਣੇ ਕੋਲ ਬਿਠਾਉਂਦੇ ਨੇ ਆਪਣੇ ਪੁੱਤਰੇ ਸ਼੍ਰੀ ਹਰਿ ਰਾਏ ਸਾਹਿਬ ਜੀ ਨੂੰ, ਤੇ ਬੜਾ ਪ੍ਰੇਮ ਕਰਦੇ ਹਨ। ਬੈਸ ਅਲਪ ਮੁਖ ਸੁੰਦਰ ਚੰਦ। ਭਾਵੇਂ ਉਮਰ ਜਿਹੜੀ ਹੈ ਉਹ ਸੰਸਾਰ ਦੀ ਗਿਣਤੀ ਮੁਤਾਬਕ ਬਹੁਤ ਥੋੜੀ ਹੈ, ਪਰ ਚਿਹਰਾ ਜਿਹੜਾ ਹੈ ਬਹੁਤ ਸੁੰਦਰ ਹੈ। ਤੇ ਉਹ ਸੰਸਾਰ ਵਾਲੀ ਸੁੰਦਰਤਾ ਨਹੀਂ, ਜਿਵੇਂ ਆਪਾਂ ਕਈ ਵਾਰ ਕਿਸੇ ਦਾ ਚਿਹਰਾ ਵੇਖ ਕੇ ਕਹਿੰਦੇ ਬੜਾ ਸੁੰਦਰ ਚਿਹਰਾ ਹੈ। ਉਹ ਚਿਹਰੇ ਸੁੰਦਰ ਹੋ ਸਕਦੇ ਨੇ, ਪਰ ਉਹਨਾਂ ਤੇ ਰੂਹਾਨੀ ਨੂਰ ਨਹੀਂ ਹੋ ਸਕਦਾ। ਪਰ ਗੁਰੂ ਸਾਹਿਬ ਦਾ ਚਿਹਰਾ ਜਿਹੜਾ ਹੈ, ਇਹ ਸੁੰਦਰਤਾ ਵੀ ਇਹਦੇ 'ਚ ਸਾਰੀ ਕਾਇਨਾਤ ਦੀ ਭਰੀ ਹੈ, ਪਰ ਨਾਲ ਇਹਦੇ ਵਿੱਚ ਰੂਹਾਨੀ, ਇਹਦੇ ਵਿੱਚ ਇਲਾਹੀ ਨੂਰ ਜਿਹੜਾ ਉਹ ਡਲਕਾ ਮਾਰ ਰਿਹਾ ਹੈ। ਗੁਰਮੁਖ ਸਿੱਖ ਗੁਰਮੁਖ ਸਿੱਖ ਗੁਰਮੁਖ ਸਿੱਖ ਅਨੁਮਾਨ ਕਰਨ ਤੇ। ਜਿਹੜੇ ਗੁਰਮੁਖ ਸਿੱਖ ਹਨ ਨਾ, ਜਿਨ੍ਹਾਂ ਦੀ ਬਿਰਤੀ ਬੜੀ ਟਿਕੀ ਹੋਈ ਹੈ, ਜੋ ਆਉਣ ਵਾਲੇ ਸਮੇਂ ਨੂੰ ਬੜੀ ਭਲੀ ਪ੍ਰਕਾਰ ਜਾਣਦੇ ਨੇ, ਉਹ ਫਿਰ ਇੰਜ ਅਨੁਮਾਨ ਲਾ ਰਹੇ ਹਨ। ਗੁਰਤਾ ਉਚਿਤ ਬਿਦਤ ਗੁਣਵੰਤੇ। ਕਿ ਸ਼੍ਰੀ ਹਰਿ ਰਾਏ ਸਾਹਿਬ ਜੀ ਦੇ ਅੰਦਰ ਜੋ ਗੁਰਤਾ ਦੇ ਉਚਿਤ ਗੁਣ ਹਨ, ਉਹ ਸਾਰੇ ਸਾਨੂੰ ਦਿਖਾਈ ਦੇ ਰਹੇ ਹਨ। ਜਾਨੀ ਪਰ ਗੁਰੂ ਤੇ ਪਾਛੇ। ਇਸ ਤਰ੍ਹਾਂ ਜਾਣਿਆ ਜਾ ਰਿਹਾ ਹੈ ਕਿ ਜਦੋਂ ਗੁਰੂ ਹਰਗੋਬਿੰਦ ਮਹਾਰਾਜ ਸਾਹਿਬ ਜੀ ਨੇ ਸਰੀਰ ਤਿਆਗਣਾ, ਕਿਉਂਕਿ ਸਰੀਰ ਹੈ, ਆਖਰ ਇੱਕ ਨਾ ਇੱਕ ਦਿਨ ਗੁਰੂ ਸਾਹਿਬ ਨੇ ਸਰੀਰ ਜਿਹੜਾ ਸੰਕੋਚ ਲੈਣਾ, ਤਾਂ ਉਸ ਤੋਂ ਬਾਅਦ ਇਸ ਜੋਤ ਦੇ ਮਾਲਕ ਜਿਹੜਾ ਸ਼੍ਰੀ ਹਰਿ ਰਾਏ ਸਾਹਿਬ ਜੀ ਬਣਨਗੇ। ਤਖਤ ਬਿਰਾਜਹਿੰਗੇ ਦੁੱਤ ਆਛੇ। ਤੇ ਸਿੱਖ ਸੰਗਤਾਂ ਨੂੰ ਮਾਨ ਲਾ ਕੇ ਭਾਵਨਾ ਵਾਲੇ ਕਹਿੰਦੇ, ਜਦੋਂ ਸ਼੍ਰੀ ਹਰਿ ਰਾਏ ਸਾਹਿਬ ਜੀ ਤਖਤ ਦੇ ਉੱਤੇ ਸੁਭਾਏਮਾਨ ਹੋਣਗੇ ਤਾਂ ਇਹਦੇ 'ਚ ਕੋਈ ਸ਼ੱਕ ਨਹੀਂ, ਬਹੁਤ ਸ਼ੋਭਾ ਪਾਉਣਗੇ, ਬਹੁਤ ਜ਼ਿਆਦਾ ਸੰਗਤਾਂ ਨੂੰ ਅਸੀਸਾਂ ਦੀਦਾਰ ਬਖਸ਼ਿਆ ਕਰਨਗੇ। ਕਹਿ ਲਗ ਕਹੋ ਮੇਲ ਕੀ ਬਾਤ। ਇਸ ਤਰ੍ਹਾਂ ਕਵੀ ਸਾਹਿਬ ਜੀ ਕਹਿੰਦੇ, ਗੁਰ ਸਿੱਖਾਂ ਦਾ, ਸਿੱਖ ਸੰਗਤਾਂ ਦਾ, ਗੁਰੂ ਸਾਹਿਬ ਦੇ ਪਰਿਵਾਰ ਦਾ, ਮਸੰਦਾਂ ਦਾ ਆਪਸੀ ਜੋ ਮੇਲ ਮਿਲਾਪ ਹੈ, ਇੰਨਾ ਇੱਕ ਦੂਜੇ ਦੇ ਨਾਲ ਪਿਆਰ ਹੈ, ਮੈਂ ਕਿੱਥੋਂ ਤੱਕ ਵਰਣਨ ਕਰਾਂ। ਦਰਸੈ ਕਰੈ ਸੋ ਜਸ ਅਵਤਾਤ। ਬਸ ਇਹ ਹੈ ਕਿ ਜਿਹੜਾ ਵੀ ਦਰਸ਼ਨ ਕਰਦਾ ਹੈ ਉਹ ਹਜੂਰ ਪਾਤਸ਼ਾਹ ਜੀ ਦਾ ਜਸ ਹੀ ਜਸ ਕਰ ਰਿਹਾ ਹੈ। ਮਨ ਭਾਵਤ ਕੀਰਤਪੁਰ ਰਹੈ। ਇਸ ਤਰ੍ਹਾਂ ਹਜੂਰ ਪਾਤਸ਼ਾਹ ਜੀ ਦੇ ਕੋਲ ਜਿੰਨੀਆਂ ਵੀ ਸਿੱਖ ਸੰਗਤਾਂ ਆਉਂਦੀਆਂ, ਮਨ ਭਾਵਤ, ਜਿੰਨਾ ਕਿਸੇ ਦਾ ਮਨ ਕਰਦਾ ਹੈ, ਕੋਈ 10 ਦਿਨ, ਕੋਈ 15 ਦਿਨ, ਕੋਈ ਮਹੀਨਾ, ਜਿੰਨਾ ਜੀ ਕਰਦਾ ਕੀਰਤਪੁਰ ਸਾਹਿਬ ਰਹਿੰਦੇ ਹਨ। ਬਹੁਰ ਗਮਨ ਨਿਜ ਘਰ ਕੋ ਚਾਹੈ। ਤੇ ਫਿਰ ਜਦੋਂ ਕਿਸੇ ਦਾ ਆਪਣੇ ਘਰ ਦਾ ਫੁਰਨਾ ਬਣਦਾ ਹੈ, ਉਹ ਫਿਰ ਆਪਣੇ ਘਰ ਨੂੰ ਚਾਲੇ ਮਾਰਨ ਲੱਗਦਾ ਹੈ। ਗੁਰ ਤੇ ਹੋਏ ਵਿਸਰਜਨ ਭਲੇ। ਤੇ ਪਹਿਲਾਂ ਵੀ ਬੇਨਤੀ ਕੀਤੀ, ਜਦੋਂ ਵੀ ਕੋਈ ਚਾਲੇ ਮਾਰਨ ਲੱਗਦਾ ਹੈ, ਉਹ ਗੁਰੂ ਸਾਹਿਬ ਕੋਲ ਆਉਂਦਾ ਹੈ ਤੇ ਹਜੂਰ ਤੋਂ ਆਗਿਆ ਲੈ ਕੇ ਚੱਲਦਾ ਹੈ। ਨਿਜ ਨਿਜ ਦੇਸ ਬ੍ਰਿੰਦ ਸਿੱਖ ਚਲੇ। ਇਸ ਤਰ੍ਹਾਂ ਸਾਰੀਆਂ ਸਿੱਖ ਸੰਗਤਾਂ ਸਮੇਂ ਸਮੇਂ ਅਨੁਸਾਰ ਆਪੋ ਆਪਣੇ ਦੇਸ਼, ਪਿੰਡਾਂ, ਸ਼ਹਿਰਾਂ ਨੂੰ ਚੱਲ ਪਈਆਂ ਹਨ। ਜਾਨ ਜੋਧ ਕੋ ਪ੍ਰੇਮ ਵਿਸਾਲਾ। ਹੁਣ ਜਿਹੜਾ ਰਾਏ ਜੋਧ ਸੀ ਨਾ, ਇਹਦਾ ਬੜਾ ਮਹਾਨ ਪ੍ਰੇਮ ਦੇਖ ਕਰਕੇ ਰਾਖਿਓ ਆਪਣੇ ਨਿਕਟ ਕਿਰਪਾਲਾ। ਕਿਰਪਾਲੂ ਹਜੂਰ ਕਹਿੰਦੇ ਕਿ ਜੋਧ ਤੂੰ ਇੰਜ ਕਰ, ਤੂੰ ਨਹੀਂ ਹਾਲੇ ਜਾਣਾ, ਬਾਕੀਆਂ ਨੂੰ ਜਾਣ ਦੇ ਕੋਈ ਗੱਲ ਨਹੀਂ, ਪਰ ਤੈਨੂੰ ਹਾਲੇ ਨਹੀਂ ਜਾਣ ਦੇਣਾ। ਤਿਮ ਭਾਈ ਰੂਪਾ ਟਿਕ ਰਹਿਓ। ਇਸ ਤਰ੍ਹਾਂ ਹੀ ਹਜੂਰ ਪਾਤਸ਼ਾਹ ਜੀ ਨੇ ਪ੍ਰੇਮ ਵਾਲੇ ਭਾਈ ਰੂਪਾ ਜੀ ਨੂੰ ਰੋਕ ਲਿਆ ਹੈ। ਦਰਸ਼ਨ
ਦਰਸ਼ਨ ਕੋ ਆਨੰਦ ਨਿਤ ਲਹਿਓ। ਤੇ ਉਹ ਹਜੂਰ ਪਾਤਸ਼ਾਹ ਦੇ ਰੋਜ਼ ਦਰਸ਼ਨ ਕਰਕੇ ਬੜਾ ਆਨੰਦ ਲੈ ਰਹੇ ਹਨ। ਭਾਨੇ ਕੋ ਕਰ ਮ੍ਰਿਦਲ ਦਿਲਾਸਾ। ਤੇ ਹਜੂਰ ਪਾਤਸ਼ਾਹ ਨੇ ਭਾਈ ਭਾਨੇ ਨੂੰ ਵੀ ਬੜੇ ਸੋਹਣੇ ਮਿੱਠੇ ਬਚਨਾਂ ਦਾ ਦਿਲਾਸਾ ਦੇ ਕਰਕੇ ਰਾਖਤ ਭਏ ਗੁਰੂ ਨਿਜ ਪਾਸਾ। ਤੇ ਹਜੂਰ ਪਾਤਸ਼ਾਹ ਨੇ ਉਹਨਾਂ ਨੂੰ ਵੀ ਆਪਣੇ ਕੋਲ ਰੱਖ ਲਿਆ। ਤੁਹਾਨੂੰ ਬੜੀਆਂ ਵੱਡੀਆਂ ਬਖਸ਼ਿਸ਼ਾਂ ਦੇਣੀਆਂ ਹਨ। ਅਪਰ ਸਿੱਖ ਪ੍ਰੇਮੀ ਬਹੁ ਰਹੇ। ਹੋਰ ਵੀ ਜਿਹੜੇ ਕੋਈ ਪ੍ਰੇਮ ਕਰਨ ਵਾਲੇ ਜਿਨ੍ਹਾਂ ਦਾ ਪਿੱਛੇ ਸਰਦਾ ਸੀ, ਕੰਮਕਾਜ ਚੱਲ ਰਿਹਾ ਸੀ, ਉਹ ਗੁਰੂ ਪਾਤਸ਼ਾਹ ਦੇ ਕੋਲ ਰੁਕ ਗਏ ਹਨ। ਜਿਨੋ ਪਰਮ ਪਦ ਬਾਛਤ ਆਹੇ। ਪਰ ਇਹ ਉਹ ਨੇ ਜਿਨ੍ਹਾਂ ਨੇ ਪਰਮ ਪਦ ਪ੍ਰਾਪਤ ਕਰਨਾ ਹੈ, ਜਿਨ੍ਹਾਂ ਦੇ ਅੰਦਰ ਇੱਛਾ ਹੈ ਕਿ ਅਸੀਂ ਗੁਰੂ ਕੋਲ ਆਏ ਹਾਂ, ਅਸੀਂ ਕੋਈ ਆਤਮਿਕ ਗਿਆਨ, ਕੋਈ ਮੁਕਤੀ ਦੀ ਦਾਤ, ਕੋਈ ਨਾਮਦਾਨ ਲੈ ਕੇ ਹੀ ਜਾਣਾ ਹੈ। ਕੋਰ ਸੰਗਤ ਤੇ ਹਤ ਅਗਿਆਨ। ਸੋ ਗੁਰੂ ਕੀ ਸੰਗਤ ਕਰਕੇ ਅਸੀਂ ਆਪਣਾ ਅਗਿਆਨ ਜਿਹੜਾ ਇਹਨੂੰ ਨਾਸ਼ ਕਰਨਾ ਹੈ। ਸਿੱਖੇ ਉਪਜੈ ਹਿਰਦੈ ਮਹਾਨ। ਤੇ ਇਸ ਦੇ ਨਾਲ ਕੀ ਹੁੰਦਾ ਹੈ? ਹਿਰਦੇ ਅੰਦਰ ਮਹਾਨ ਸਿੱਖੀ ਜਿਹੜੀ ਉਹ ਪ੍ਰਗਟ ਹੁੰਦੀ ਹੈ। ਅਨੇਕ ਵਿਕਾਰਨ ਕੋ ਪਰ ਹਰ ਕੈ। ਤੇ ਗੁਰੂ ਸਾਹਿਬ ਦੀ ਸਿੱਖੀ ਪ੍ਰਾਪਤ ਹੋਣ ਦੇ ਨਾਲ ਅਨੇਕਾਂ ਪ੍ਰਕਾਰ ਦੇ ਵਿਕਾਰ ਜਿਹੜੇ ਹਨ ਉਹ ਖਤਮ ਹੋ ਜਾਂਦੇ ਹਨ। ਹਿਰਦੈ ਮੁਕਰ ਕੋ ਨਿਰਮਲ ਕਰ ਕੈ। ਤੇ ਹਿਰਦਾ ਜਿਹੜਾ ਨਾ ਐਨ ਸ਼ੀਸ਼ੇ ਦੇ ਵਾਤਰ ਸਾਫ਼ ਹੋ ਜਾਂਦਾ ਹੈ। ਅਪਰ ਸਰੂਪ ਜਾਣ ਕਰ ਲੇਤ। ਤੇ ਫਿਰ ਆਪਣਾ ਸਰੂਪ ਜਿਹੜਾ ਨਾ, ਜੋ ਸਾਡਾ ਸਵੈ ਸਰੂਪ, ਨਿਜ ਸਰੂਪ ਹੈ, ਉਹ ਫਿਰ ਸਾਰਿਆਂ ਦੇ ਅੰਦਰ ਦਿਖਾਈ ਦੇਣ ਲੱਗਦਾ ਹੈ। ਮਨ ਕੋ ਰੋਕਤ ਹੋਏ ਸੁਚੇਤ। ਤੇ ਐਸੇ ਜਿਹੜੇ ਗੁਰਸਿੱਖ ਨੇ ਨਾ, ਉਹ ਫਿਰ ਆਪਣੇ ਮਨ ਨੂੰ ਰੋਕ ਲੈਂਦੇ ਨੇ ਤੇ ਐਨ ਸੁਚੇਤ ਹੋ ਜਾਂਦੇ ਹਨ ਵਿਸ਼ਿਆਂ ਵਿਕਾਰਾਂ ਵੱਲੋਂ। ਵਿਦ ਪ੍ਰਪੰਚ ਕੋ ਕੂਰਾ ਜਾਣ ਹੈ। ਤੇ ਇਹ ਕੌਣ ਨੇ ਜਿਹੜੇ ਸੁਚੇਤ ਹੋ ਜਾਂਦੇ ਨੇ? ਉਹ ਇਹ ਸਾਰੇ ਪਰਪੰਚ ਨੂੰ ਝੂਠਾ ਜਾਣਦੇ ਨੇ। ਤੇ ਜਿਹੜੇ ਪਰਪੰਚ ਨੂੰ ਝੂਠਾ ਜਾਣ ਲੈਂਦੇ ਨੇ, ਮਨ ਦੇ ਤਲ ਤੇ ਉਹੀ ਸੁਚੇਤ ਹੋਣਗੇ। ਜਾਂ ਤੇ ਰਾਗ ਦ્વੈਖ ਜੁਗ ਹਨ ਹੈ। ਇਸ ਕਰਕੇ ਉਹਨਾਂ ਦੇ ਅੰਦਰੋਂ ਰਾਗ ਤੇ ਦ્વੈਸ਼, ਈਰਖਾ ਤੇ ਪ੍ਰੇਮ ਜਿਹੜੇ ਹਨ, ਆਪਣਾ ਬਗਾਨਾ ਜਿਹੜਾ ਹੈ, ਇਸ ਦੋਵੇਂ ਚੀਜ਼ਾਂ ਜਿਹੜੀਆਂ ਖਤਮ ਹੋ ਜਾਂਦੀਆਂ ਹਨ। ਇਹ ਦੋ ਨਹੁ ਜਬ ਮਨ ਤੇ ਹਨ। ਤੇ ਕਵੀ ਜੀ ਕਹਿੰਦੇ ਜਿਨ੍ਹਾਂ ਦੇ ਮਨ ਚੋਂ ਰਾਗ ਤੇ ਦ્વੈਸ਼ ਇਹ ਦੋਵੇਂ ਜਦੋਂ ਖਤਮ ਹੋ ਜਾਂਦੇ ਹਨ ਤਾਂ ਮਦਸਰ ਆਦ ਕੌਣ ਤਬ ਜਨੇ। ਤੇ ਫਿਰ ਹੰਕਾਰ ਦੀ ਕੀ ਮਜਾਲ ਹੈ ਕਿ ਉਸ ਹਿਰਦੇ ਵਿੱਚ ਆ ਕੇ ਕਿਤੇ ਚੌਂਕੜਾ ਮਾਰ ਲਵੇ। ਸਤ ਸੰਤੋਖ ਸ਼ਾਂਤ ਜਬ ਨਿਪਜੈ। ਤੇ ਜਦੋਂ ਮਨੁੱਖ ਦੇ ਅੰਦਰ ਸਤ, ਸੰਤੋਖ, ਸ਼ਾਂਤੀ ਜਿਹੜੀ ਹੈ ਉਹ ਗੁਰੂ ਕੀ ਸਿੱਖੀ ਸੰਗਤ ਪ੍ਰਾਪਤ ਕਰਨ ਨਾਲ ਪ੍ਰਾਪਤ ਹੋ ਜਾਂਦੀ ਹੈ। ਸੁਗਮ ਗਿਆਨ ਕੋ ਰਸ ਉਰ ਉਪਜੈ। ਤੇ ਉਹਨਾਂ ਦੇ ਹਿਰਦੇ ਅੰਦਰ ਫਿਰ ਸੁਗਮ ਗਿਆਨ, ਜਿਹੜਾ ਆਤਮਿਕ ਗਿਆਨ ਹੈ, ਜੋ ਸ੍ਰੇਸ਼ਟ ਗਿਆਨ ਹੈ, ਉਹ ਬੜੇ ਸੁਖੈਨ ਤਰੀਕੇ ਦੇ ਨਾਲ ਆਪਣੇ ਆਪ ਹੀ ਪ੍ਰਗਟ ਹੋ ਜਾਂਦਾ ਹੈ। ਭਾਵ ਇਹ ਗੁਰਸਿੱਖ ਜਿਹੜੇ ਹਨ, ਜਿਨ੍ਹਾਂ ਦੇ ਨਾਮ ਆਏ, ਗੁਰੂ ਸਾਹਿਬ ਜੀ ਦੇ ਕੋਲ ਰੁਕ ਗਏ, ਕਿਉਂਕਿ ਇਹਨਾਂ ਨੂੰ ਸਮਝ ਆ ਗਈ ਗੁਰੂ ਕੋਲ ਰੁਕਾਂਗੇ, ਸਿੱਖੀ ਦੀ ਦਾਤ ਪ੍ਰਾਪਤ ਹੋਵੇਗੀ, ਨਾਮ ਦੀ ਦਾਤ ਪ੍ਰਾਪਤ ਹੋਏਗੀ। ਜਦੋਂ ਨਾਮਦਾਨ ਮਿਲੇਗਾ ਫਿਰ ਆਪਣੇ ਸਵੈ ਸਰੂਪ ਦੀ ਪਹਿਚਾਨ ਹੋਏਗੀ। ਸੁਨੋ ਰੇ ਤੂੰ ਕੌਣ ਕਹਾਂ ਤੇ ਆਇਓ। ਜਦੋਂ ਆਪਣੇ ਸਵੈ ਸਰੂਪ ਦੀ ਪਛਾਣ ਹੋ ਗਈ ਫਿਰ ਰਾਗ ਦ્વੈਸ਼ ਈਰਖਾ ਖਤਮ ਹੋ ਜਾਊ। ਜਦੋਂ ਰਾਗ ਦ્વੈਸ਼ ਈਰਖਾ ਹੀ ਅੰਦਰੋਂ ਖਤਮ ਹੋ ਗਈ ਫਿਰ ਕ੍ਰੋਧ ਦੀ ਕੀ ਮਜਾਲ ਹੈ ਕਿ ਉਹ ਮਨੁੱਖ ਨੂੰ ਤੰਗ ਕਰ ਸਕੇ। ਹੰਕਾਰ ਦੀ ਕੀ ਮਜਾਲ ਹੈ ਉਹ ਜੀਵਨ ਨੂੰ ਤੰਗ ਕਰ ਸਕੇ। ਜਦੋਂ ਹੰਕਾਰ ਖਤਮ ਹੋ ਗਿਆ ਫਿਰ ਅੰਦਰ ਸਤ, ਸੰਤੋਖ, ਗਰੀਬੀ ਇਹ ਆਪਣੇ ਆਪ ਆ ਕੇ ਟਿਕ ਜਾਣਗੇ। ਜਦੋਂ ਸਤ, ਸੰਤੋਖ, ਗਰੀਬੀ ਆ ਕੇ ਅੰਦਰ ਟਿਕ ਗਈ ਤੇ ਫਿਰ ਆਤਮਿਕ ਗਿਆਨ ਜਿਹੜਾ ਹੈ, ਜੀਵਨ ਮੁਕਤ ਅਵਸਥਾ ਜਿਹੜੀ ਹੈ, ਉਹ ਬੜੀ ਸਰਲਤਾ ਦੇ ਨਾਲ ਇੱਕ ਛਿਣ ਵਿੱਚ ਪ੍ਰਾਪਤ ਹੋ ਜਾਏਗੀ। ਜਿਨ੍ਹਾਂ ਨੂੰ ਇਹ ਸੋਝੀ ਸਮਝ ਹੋ ਗਈ ਉਹ ਫਿਰ ਗੁਰੂ ਸਾਹਿਬ ਜੀ ਦੇ ਕੋਲ ਟਿਕ ਗਏ ਹਨ। ਇੰਜ ਹਜੂਰ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਇਹ ਅਸੀਸਾਂ, ਇਹ ਬਖਸ਼ਿਸ਼ਾਂ ਜਿਹੜੀਆਂ ਵਰਤਾ ਰਹੇ ਨੇ। ਦੀਵਾਲੀ ਦਾ ਦਿਹਾੜਾ ਜਿਹੜਾ ਉਹ ਸਮਾਪਤ ਹੋਇਆ ਤੇ ਸੰਗਤਾਂ ਜਿਹੜੀਆਂ ਉਹਨਾਂ ਨੇ ਚਾਲੇ ਮਾਰੇ। ਸੋ ਇੱਥੇ ਸਮਾਂ ਸੰਪੰਨ ਹੈ। ਸੋ ਇਸ ਤੋਂ ਅਗਲੇ ਇਤਿਹਾਸ ਜਿਹੜੇ ਹਨ ਰਹਿ ਸੁਆਸ ਕੱਲ ਦੇ ਦੀਵਾਨਾਂ 'ਚ ਸਰਵਣ ਕਰਾਂਗੇ। ਭੁੱਲਾਂ ਦੀ ਖਿਮਾ, ਹਜੂਰ ਸਮਤ ਦੀ ਦਾਤ ਬਖਸ਼ ਨਿਵਾਜਣਾ ਕਰਨਾ। ਇਹ ਦੋ ਨਹੁ ਜਬ ਮਨ ਤੇ ਹਨ। ਮਦ ਸਰ ਆਦ ਕੌਣ ਤਬ ਜਨੇ। ਸਤ ਸੰਤੋਖ ਸ਼ਾਂਤ ਜਬ ਨਿਪਜੈ। ਸੁਗਮ ਗਿਆਨ ਕੋ ਰਸ ਉਰ ਉਪਜੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।